आप जी हाज़री भर रहे हो। सतगुरां दे ਅੰਮ੍ਰਿਤ ਬਚਨਾਂ ਦਾ ਰਸ ਭਿੰਨਾ ਕੀਰਤਨ आप जी ने ਸਰਵਣ ਕੀਤਾ है। आओ साहिब श्री गुरु ग्रंथ साहिब जी महाराज हजूर दा ओट आसरा लेकर आप संगत नाल निर्धारित समय विच रह के गुरमत विचारां दी सांझ पा सकां। धन श्री गुरु ग्रंथ साहिब महाराज किरपा करन, अपने शब्द की कला वरता के आप ही विचार करा लैन। गुरु बख्शी फतेह स्वीकार करो और उच्चारण करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी की पवित्र बाणी विच हजूर महाराज जी ने बख्शिश की है कि परमेश्वर की भगती करने वाला, स्वामी की सेवा करने वाला, सच एवे के हर जन खरी दा चिंतन करने वाला सिख अपने सतगुरु दे शब्द नूं कमाउण वाला एक दिन वो अपने मूल विच, अपने असले विच जां अपनी मंजिल शब्द वरत लईए उस विच अभेद हो के उस जैसा ही बन जाता है। धन श्री गुरु गोबिंद सिंह साहिब जी महाराज उन्हां दी पवित्र रचना श्री अकाल उस्तत दी बाणी, उस विचों दास एक कबित नूं आधार बना के अज दे इस दिन ते आप नाल गुरमत विचार दी सांझ पा के प्रसन्नता लैण दा यतन करेगा। सतगुरु जी दे अमृत बोल ने कि इस दृष्टमान संसार विच जो कुछ आपां देखने का हर चीज अपने धुरे वल, अपने मरकज वल, अपने केंद्र शब्द वरत लवां उस वाले पासे नूं सफर कर रही है। सतगुरु ने कुछ प्रमाण उस कबित विच दिते ने। पहला बचन हजूर ने किया कि जदों असी जमीन ते अग बालने ते ओ अग आपां किसे भी रूप दे विच बालीए, भावें कोई इंसान लकड़ां नूं अग लाए, लकड़ विचों अग बले, भावें कोई इंसान लिक्विड तरल पदार्थ लैके तेल लैके अग बाले, भावें कोई इंसान कोले इकट्ठे करके उन्होंने अग लाए, जिथे भी अग किसे रूप विच भी बलेगी। धन गुरु गोबिंद सिंह जी कहते ने अग का एक सुभाव है कि जदों वो धरती दे उपर बलेगी ते उस दियां लपटां, उस दियां चिंगियाड़ियां, उस दे निक्के निक्के जिहड़े चिणगा ने वो आसमान वाले पासे नूं उडणगे। आउणा है सिर्फ कि खालसा गुरु का खास रूप है, खालसा गुरु गोबिंद सिंह विच मर्ज है, उस विच अभेद है। बस यही अज दे शाम दे दीवान विच अर्ज करनी। जदों जमीन ते अग बलदी है ते अग दियां लपटां आकाश वल, गगन वल उडदियां, निक्के निक्की चिणग चिंगियाड़ी भी वो आकाश वाले पासे सफर करदी है। हालांकि असी सारे इस गल नूं भली भांत जानने हां कि जमीन विच आकर्षण शक्ति है,
ਗ੍ਰੈਵਿਟੀ ਇਹ ਖਿੱਚਦੀ ਹੈ ਹਰ ਚੀਜ਼ ਨੂੰ ਆਪਣੇ ਵੱਲ। ਪਰ ਜਦੋਂ ਅੱਗ ਬਲਦੀ ਹੈ ਉਦੋਂ ਜ਼ਮੀਨ ਉਹਨਾਂ ਅੱਗ ਦੀਆਂ ਚਿੰਗਾੜੀਆਂ ਨੂੰ ਆਪਣੇ ਵੱਲ ਨਹੀਂ ਖਿੱਚਦੀ। ਅੱਗ ਦੀ ਨਿੱਕੀ ਤੋਂ ਨਿੱਕੀ ਚਿਣਗ ਉਹ ਅਸਮਾਨ ਵਾਲੇ ਪਾਸੇ ਉਡਾਰੀਆਂ ਮਾਰੇਗੀ, ਅਸਮਾਨ ਵੱਲ ਉੱਡੇਗੀ। ਇਸ ਦਾ ਕਾਰਨ ਕੀ? ਸਿਰਫ ਮੈਂ 4-5 ਆਰਾਮ ਵਿੱਚ ਬੇਨਤੀਆਂ ਕਰਨੀਆਂ ਨੇ। ਤਿੰਨ ਤਾਂ ਗੁਰਦੇਵ ਜੀ ਦੇ ਬਚਨ ਵਿੱਚੋਂ, ਤੇ 2 ਗੱਲਾਂ ਉਦਾਹਰਨਾਂ ਸਾਡੇ ਪੰਜਾਬ ਦੇ ਕਲਚਰ ਨਾਲ ਜੁੜੀਆਂ ਹੋਈਆਂ। ਬੇਨਤੀ ਹੈ ਕਿ ਜ਼ਮੀਨ ਤੇ ਅੱਗ ਬਾਲੋ ਤੇ ਅੱਗ ਦੀ ਨਿੱਕੀ ਤੋਂ ਨਿੱਕੀ ਚਿੰਗਾਰੀ ਜਿਹੜੀ ਹੈ ਉਹ ਅਸਮਾਨ ਵੱਲ ਸਫ਼ਰ ਕਰਦੀ ਹੈ। ਧਰਤੀ ਵਿੱਚ ਆਕਰਸ਼ਣ ਸ਼ਕਤੀ ਹੈ, ਪਰ ਉਹ ਅੱਗ ਦੀ ਲਪਟ ਕਦੀ ਜ਼ਮੀਨ ਵਾਲੇ ਪਾਸੇ ਨਹੀਂ ਝੁਕਦੀ। ਮੋਮਬੱਤੀ ਬਾਲੋ ਤੇ ਤਾਂ ਵੀ ਉਹਦੀ ਲਾਟ ਜੇ ਜ਼ਮੀਨ ਵੱਲ ਆਪਾਂ ਝੁਕਾ ਵੀ ਦਈਏ, ਪਰ ਉਹ ਜ਼ਮੀਨ ਵੱਲ ਝੁਕੀ ਹੋਣ ਦੇ ਬਾਵਜੂਦ ਵੀ ਉੱਪਰ ਨੂੰ ਉੱਠੇਗੀ, ਉਹ ਜ਼ਮੀਨ ਵਾਲੇ ਪਾਸੇ ਨਹੀਂ ਜਾਏਗੀ। ਜੇ ਬਲਦੀ ਕੋਈ ਲੱਕੜ ਨੂੰ ਆਪਾਂ ਜ਼ਮੀਨ ਵੱਲ ਝੁਕਾ ਦਈਏ, ਸੱਚ ਇਹ ਕਿ ਲੱਕੜ ਦਾ ਮੂੰਹ ਧਰਤੀ ਵੱਲ ਹੋਏਗਾ, ਪਰ ਬਲਦੀ ਕੋਈ ਅੱਗ ਉਹ ਵਿਪਰੀਤ ਅਸਮਾਨ ਵਾਲੇ ਪਾਸੇ ਉੱਡਦੀ ਹੋਵੇਗੀ। ਇਹਦਾ ਕਾਰਨ ਕੀ? ਦੂਸਰੀ ਬੇਨਤੀ ਕਿ ਦੇਖੋ, ਅਸੀਂ ਦੇਖਨੇ ਹਾਂ ਕਿ ਸਮੁੰਦਰ ਤੋਂ ਪਾਣੀ ਉੱਡਦਾ ਹੈ ਤੇ ਅਸਮਾਨ ਵਿੱਚ ਪਹੁੰਚਿਆ ਹੋਇਆ ਪਾਣੀ ਕਈ ਦਿਨ ਲਗਾਤਾਰ ਗਗਨ ਵਿੱਚ ਅਦ੍ਰਿਸ਼ਟ ਘੁੰਮਦਾ ਹੈ ਤੇ ਇੱਕ ਦਿਨ ਉਹੀ ਪਾਣੀ ਵਾਪਸ ਬੂੰਦ ਬੂੰਦ ਬਣ ਕੇ, ਕਤਰਾ ਕਤਰਾ ਬਣ ਕੇ ਧਰਤੀ ਉੱਤੇ ਫਿਰ ਦੁਬਾਰਾ ਡਿੱਗ ਪੈਂਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਕਿ ਪਾਣੀ ਜਿਤਨਾ ਮਰਜੀ ਉੱਪਰ ਉੱਚਾ ਉੱਠ ਜਾਏ, ਉਹ ਫਿਰ ਦੁਬਾਰਾ ਧਰਤੀ ਵੱਲ ਆਉਂਦਾ ਹੈ। ਫਿਰ ਇਹਨਾਂ 2 ਸ਼ਬਦਾਂ ਨੂੰ ਧਿਆਨ ਨਾਲ ਸਰਵਣ ਕਰਿਓ ਕਿ ਜ਼ਮੀਨ ਤੇ ਬਲਦੀ ਹੋਈ ਅੱਗ ਉਹ ਅਸਮਾਨ ਵਾਲੇ ਪਾਸੇ ਯਾਤਰਾ ਕਰ ਰਹੀ ਹੈ, ਪਰ ਅਸਮਾਨ ਵਿੱਚ ਗਿਆ ਹੋਇਆ ਪਾਣੀ ਉਹ ਵਾਪਸ ਧਰਤੀ ਵਾਲੇ ਪਾਸੇ ਆ ਰਿਹਾ ਹੈ, ਕਿਉਂਕਿ ਇਹ ਦੋਨੋਂ ਤੱਤ ਇੱਕ ਦੂਜੇ ਦੇ ਵਿਪਰੀਤ ਨੇ ਤੇ ਯਾਤਰਾ ਵੀ, ਸਫ਼ਰ ਵੀ ਇੱਕ ਦੂਜੇ ਦੇ ਉਲਟ ਕਰਦੇ ਪਏ ਨੇ। ਅੱਗ ਅਸਮਾਨ ਵੱਲ ਉੱਡ ਰਹੀ ਹੈ ਤੇ ਅਸਮਾਨ ਵਿੱਚ ਗਿਆ ਹੋਇਆ ਪਾਣੀ ਉਹ ਬੂੰਦ ਬੂੰਦ ਕਰਕੇ ਵਾਪਸ ਫਿਰ ਧਰਤੀ ਵਾਲੇ ਪਾਸੇ ਨੂੰ ਆ ਰਿਹਾ ਹੈ। ਤੀਸਰੀ ਬੇਨਤੀ ਕਰਾਂ ਕਿ ਦੇਖੋ, ਜ਼ਮੀਨ ਚੋਂ ਮਿੱਟੀ ਉੱਡੇ ਹਵਾ ਨਾਲ, ਤੇਜ਼ ਹਨੇਰੀ ਨਾਲ, ਤੇ ਜਿੰਨੇ ਦਿਨ ਮਰਜੀ ਅਸਮਾਨ ਦੇ ਵਿੱਚ ਉਹ ਗਰਦ, ਉਹ ਮਿੱਟੀ ਦੇ ਜ਼ਰਰੇ, ਰੇਤ ਦੇ ਕਣ ਜਿੰਨੇ ਦਿਨ ਮਰਜੀ ਉੱਡਦੇ ਰਹਿਣ, ਪਰ ਇੱਕ ਦਿਨ ਇੱਕ ਇੱਕ ਜ਼ਰਾ, ਇੱਕ ਇੱਕ ਰੇਤ ਦਾ ਕਣ ਤੇ ਮਿੱਟੀ ਦਾ ਇੱਕ ਇੱਕ ਤੱਤ ਉਹ ਵਾਪਸ ਫਿਰ ਧਰਤੀ ਦੇ ਉੱਪਰ ਡਿੱਗ ਪੈਂਦਾ ਹੈ। ਪਿਆਰਿਓ, ਜੋ ਸਤਿਗੁਰੂ ਨੇ ਖਾਲਸੇ ਜੀ ਦੀ ਸਿਰਜਣਾ ਕੀਤੀ, ਇਹ ਪੂਰੀ ਮਾਨਵਤਾ ਨੂੰ ਸੰਦੇਸ਼ ਦਿੱਤਾ ਕਿ ਦੁਨੀਆ ਦੇ ਲੋਗੋ ਆਪਣੇ ਆਪ ਨੂੰ ਪਹਿਚਾਣੋ। ਮੈਂ ਸਤਿਗੁਰੂ ਕਲਗੀਧਰ ਜੀ ਦੇ ਬਚਨ ਪੜ੍ਹਿਆ ਜਾ ਰਿਹਾ ਸੀ ਤੇ ਮਨ 'ਚ ਇਹ ਆਇਆ ਕਿ ਜੋ ਕੀਰਤਨ ਵਿੱਚ ਵੀ ਸਾਹਿਬ ਦੇ ਬਚਨ ਪੜ੍ਹੇ ਗਏ ਤੇ ਸਤਿਗੁਰੂ ਦੇ ਬਚਨਾਂ ਵਿੱਚ ਵੀ ਸਾਂਝ ਪਾਵਾਂ। 3 ਸ਼ਬਦ ਮੈਂ ਫਿਰ ਦੁਹਰਾਉਣ ਲੱਗਾ ਕਿ ਜ਼ਮੀਨ ਤੇ ਅੱਗ ਬਲੇ ਤੇ ਉਸ ਦੀਆਂ ਲਪਟਾਂ, ਉਹਦੀ ਚਿੰਗਾਰੀ ਅਸਮਾਨ ਵਾਲੇ ਪਾਸੇ ਜਾਂਦੀ। ਅਸਮਾਨ ਵਿੱਚ ਪਹੁੰਚਿਆ ਹੋਇਆ ਪਾਣੀ ਜਿਤਨੇ ਦਿਨ ਮਰਜੀ ਅਸਮਾਨ ਵਿੱਚ ਰਹੇ, ਵਾਪਸ ਉਹ ਧਰਤੀ ਦੇ ਉੱਪਰ ਡਿੱਗਦਾ ਹੈ। ਜ਼ਮੀਨ ਤੋਂ ਉੱਡਦੇ ਕੋਈ ਨਿੱਕੇ ਨਿੱਕੇ ਮਿੱਟੀ ਦੇ ਜ਼ਰਰੇ, ਰੇਤ ਦੇ ਕਣ ਕਈ ਦਿਨ ਅਸਮਾਨ ਵਿੱਚ ਰਹਿਣ, ਉਹ ਦੁਬਾਰਾ ਫਿਰ ਧਰਤੀ ਤੇ ਡਿੱਗਦੇ ਨੇ। ਇਹਦਾ ਕਾਰਨ ਕੀ? 3 ਉਦਾਹਰਨਾਂ ਇਹ ਨੇ। ਇੱਕ ਮੈਂ 2 ਸਿਰਫ, ਇਹ ਭਾਵੇਂ ਬਾਣੀ ਚੋਂ ਨਹੀਂ ਪਰ ਵਿਚਾਰ ਕਰਨ ਵਿੱਚ ਇਹ ਦੋਨੋਂ ਘਟਨਾਵਾਂ ਬਹੁਤ ਮਦਦ ਕਰਨਗੀਆਂ। ਬੇਨਤੀ ਹੈ ਕਿ ਸਾਡੇ ਪੰਜਾਬ ਦੇ ਅੰਦਰ ਅੱਜ ਤਾਂ ਚਲੋ ਕਣਕ ਜਿਹੜੀ ਗਾਈ ਜਾਂਦੀ ਹੈ, ਕੰਬਾਈਨ ਹੈ, ਥ੍ਰੈਸ਼ਰ ਹੈ, ਪਰ ਅੱਜ ਤੋਂ ਕਿਤੇ 50-60 ਸਾਲ, ਮੇਰਾ ਖਿਆਲ 1 ਸਦੀ ਪਿੱਛੇ ਚਲੇ ਜਾਈਏ ਤੇ ਜਦੋਂ ਕਣਕ ਇਹਨਾਂ ਦਿਨਾਂ ਵਿੱਚ ਪੱਕਦੀ ਸੀ ਤੇ ਸਿਆਣੇ ਕਿਸਾਨ ਜਿਹੜੇ ਸਨ, ਫਲੇ ਜੋ ਕੇ ਉਸ ਕਣਕ ਨੂੰ ਗਾਂਦੇ ਹੁੰਦੇ ਸਨ। ਫਲੇ ਸ਼ਬਦ ਵੀ ਬੜਾ ਪੁਰਾਤਨ ਹੈ, ਅੱਜ ਨਹੀਂ ਮਿਲਦੇ। ਉਹਨਾਂ ਨੇ ਕਣਕ ਨੂੰ ਗਾਣਾ, ਕਣਕ ਨੂੰ ਝਾੜਨਾ ਤੇ ਜਦੋਂ ਕਣਕ ਦੇ ਦਾਣੇ ਨਿਕਲ ਆਉਣੇ, ਉਸ ਦਾ ਬੋਲ ਬਣ ਜਾਣਾ, ਢੇਰ ਲੱਗ ਜਾਣਾ। ਤੇ ਜ਼ਿਮੀਂਦਾਰ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਇਸ ਕਣਕ ਨੂੰ ਘਰ ਲਿਜਾਣ ਤੋਂ ਪਹਿਲਾਂ ਇੱਕ ਕੰਮ ਕਰੋ ਕਿ ਇਸ ਕਣਕ ਦਾ ਇੱਕ ਹਿੱਸਾ, ਕੁਝ ਹਿੱਸਾ ਇਹਨੂੰ ਤੂੜੀ ਦੇ ਵਿੱਚ ਨੱਪ ਦਿਓ, ਤੂੜੀ ਦੇ ਵਿੱਚ ਦੱਬ ਦਿਓ। ਉਹਨਾਂ ਨੇ ਬੋਰੀ ਭਰ ਕੇ ਕਣਕ ਦੀ ਤੂੜੀ ਦੇ ਕੱਖਾਂ ਵਿੱਚ ਨੱਪ ਦੇਣੀ। ਜੇ ਪੁੱਛਣਾ ਵੀ ਕਿਉਂ,
ਉਹ ਕਹਿੰਦੇ ਸਨ ਨਾ ਇਹਨੂੰ ਬਿਮਾਰੀ ਲੱਗਦੀ ਏ, ਨਾ ਇਹਨੂੰ ਕੀੜਾ ਲੱਗਦਾ ਹੈ। ਜਿਹੜੀ ਦਾਣਾ ਤੂੜੀ ਵਿੱਚ ਦੱਬਿਆ ਹੈ 6 ਮਹੀਨਿਆਂ ਬਾਅਦ ਇਹਨੂੰ ਧਰਤੀ ਵਿੱਚ ਬੀਜ ਪਾਵਾਂਗੇ, ਕਿਉਂਕਿ ਇਹ ਨਰੋਇਆ ਬੀਜ ਅਗਲੇ 6 ਮਹੀਨਿਆਂ ਨੂੰ ਸਾਡੇ ਕੰਮ ਆਏਗਾ। ਪਰ ਬੇਨਤੀ ਕਿ ਦਵਾਈ ਤੋਂ ਬਿਨਾ ਤੂੜੀ ਵਿੱਚ ਕੱਖਾਂ ਵਿੱਚ ਪਿਆ ਹੋਇਆ ਦਾਣਾ ਨਾ ਖਰਾਬ ਹੋਵੇ ਤੇ ਨਾ ਉਸ ਨੂੰ ਕੀੜਾ ਖਾਏ ਦਾ ਕਾਰਨ ਕੀ? ਇਹ ਚੌਥੀ ਬੇਨਤੀ ਹੈ। ਉਸ ਤੋਂ ਅੱਗੇ ਪੰਜਵਾਂ ਇੱਕ ਉਦਾਹਰਨ ਹੋਰ ਹੈ। ਗੰਨੇ ਦਾ ਰਸ ਚੋਂਦੇ ਸਨ, ਕੋਲੂ ਪੀੜ ਕੇ, ਕੁਲਾੜੀ ਤੋਂ ਗੰਨਾ ਪੀੜ ਕੇ ਲਿਆਉਣਾ ਤੇ ਜਦੋਂ ਰਸ ਭਾਂਡੇ ਵਿੱਚ ਪਾ ਕੇ ਘਰ ਨੂੰ ਆਉਣਾ ਤੇ ਸਿਆਣੇ ਬਜ਼ੁਰਗ ਕਹਿੰਦੇ ਸਨ ਕਿ ਪਿੰਡ ਜਾਂਦਿਆਂ ਦੇਰ ਲੱਗ ਜਾਣੀ ਏ, ਗੰਨੇ ਦੇ ਟੁਕੜੇ ਕਰਕੇ ਕੱਟ ਕੇ ਇਸ ਰਸ ਵਾਲੇ ਭਾਂਡੇ ਵਿੱਚ ਸੱਟ ਦਿਓ। ਤੇ ਜੇ ਪੁੱਛਣਾ ਜੀ ਕਿਉਂ, ਕਹਿੰਦੇ ਸਨ ਗੰਨੇ ਦੇ ਟੁਕੜੇ ਰਸ ਵਿੱਚ ਹੋਣ, ਇਹ ਛੇਤੀ ਕੀਤਿਆਂ ਖਰਾਬ ਨਹੀਂ ਹੁੰਦਾ। ਮੈਂ 5 ਬੇਨਤੀਆਂ ਕੀਤੀਆਂ ਨੇ, 3 ਤਾਂ ਹਜ਼ੂਰ ਦੀ ਬਾਣੀ ਵਿੱਚੋਂ ਆਧਾਰ ਬਣਾਇਆ ਹੈ ਕਿ ਜ਼ਮੀਨ ਤੇ ਅੱਗ ਬਲੇ ਤੇ ਅਸਮਾਨ ਵੱਲ ਕਿਉਂ ਉੱਡਦੀ ਹੈ। ਅਸਮਾਨ ਵਿੱਚ ਕਿਆ ਹੋਇਆ ਪਾਣੀ ਉਹ ਵਾਪਸ ਧਰਤੀ ਤੇ ਕਿਉਂ ਆਉਂਦਾ ਹੈ। ਜ਼ਮੀਨ ਤੋਂ ਉੱਡੇ ਹੋਏ ਮਿੱਟੀ ਦੇ ਜ਼ਰਰੇ, ਰੇਤ ਦੇ ਕਣ ਅਸਮਾਨ ਵਿੱਚ ਗਏ ਹੋਏ ਵਾਪਸ ਫਿਰ ਕਿਉਂ ਧਰਤੀ ਤੇ ਆਉਂਦੇ ਨੇ। ਕਣਕ ਤੂੜੀ ਵਿੱਚ ਕੱਖਾਂ ਵਿੱਚ ਦੱਬ ਦਿਓ ਤੇ ਉਹਨੂੰ ਬਿਮਾਰੀ ਨਹੀਂ ਲੱਗਦੀ, ਕੀੜਾ ਨਹੀਂ ਲੱਗਦਾ। ਗੰਨੇ ਦੇ ਰਸ ਵਿੱਚ ਗੰਨਾ ਟੁਕੜੇ ਕਰਕੇ ਪਾ ਦਿਓ ਤੇ ਰਸ ਖਰਾਬ ਨਹੀਂ ਹੁੰਦਾ। ਇਹਦਾ ਕਾਰਨ ਕੀ ਹੈ? ਇਹਨਾਂ 5 ਦਾ ਇੱਕੋ ਉੱਤਰ ਮਿਲੇਗਾ। ਹਰ ਚੀਜ਼ ਆਪਣੇ ਮੂਲ ਨਾਲ ਜੁੜ ਕੇ ਹੀ ਸੁਖੀ ਹੈ। ਹਰ ਚੀਜ਼ ਆਪਣੇ ਮਰਕਜ਼ ਨਾਲ, ਆਪਣੇ ਸੈਂਟਰ ਨਾਲ ਜੁੜ ਕੇ ਹੀ ਉਹਨੂੰ ਸੁਖ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਦੋਂ ਜ਼ਮੀਨ ਤੇ ਆਪਾਂ ਅੱਗ ਬਾਲਨੇ ਆ, ਅੱਗ ਦੀਆਂ ਲਪਟਾਂ, ਅੱਗ ਦੀਆਂ ਚਿੰਗਾੜੀਆਂ ਉਹ ਇਸ ਕਰਕੇ ਅਸਮਾਨ ਵੱਲ ਜਾਂਦੀਆਂ ਨੇ, ਧਰਤੀ ਵੱਲ ਨਹੀਂ ਅੱਗ ਆ ਰਹੀ। ਉਹ ਆਕਾਸ਼ ਵੱਲ ਤਾਂ ਉੱਡਦੀ ਹੈ ਕਿਉਂਕਿ ਅੱਗ ਦਾ ਜਿਹੜਾ ਮੂਲ ਸਰੋਤ ਹੈ ਉਹ ਬਲਦਾ ਹੋਇਆ ਸੂਰਜ ਅਸਮਾਨ ਵਿੱਚ ਹੈ ਤੇ ਹਰ ਇੱਕ ਅੱਗ ਦਾ ਨਿੱਕੇ ਤੋਂ ਨਿੱਕਾ ਚਿੰਗਾੜੀ, ਨਿੱਕੀ ਤੋਂ ਨਿੱਕੀ ਲਾਟ ਉਹ ਅਸਮਾਨ ਵੱਲ ਤਾਂ ਉਡਾਰੀ ਮਾਰਦੀ ਪਈ ਹੈ ਕਿ ਮੈਂ ਆਪਣੇ ਅੱਗ ਦੇ ਗੋਲੇ ਆਪਣੇ ਮਰਕਜ਼ ਨਾਲ, ਆਪਣੇ ਧੁਰੇ ਨਾਲ ਜੁੜ ਜਾ। ਅੱਗ ਦੀਆਂ ਲਪਟਾਂ ਅਸਮਾਨ ਵੱਲ ਆਪਣੇ ਧੁਰੇ ਨਾਲ ਜੁੜਨ ਵਾਸਤੇ ਜਾ ਰਹੀਆਂ। ਅੱਗ ਉੱਥੋਂ ਤੱਕ ਪਹੁੰਚਣਾ ਚਾਹੁੰਦੀ, ਉਹਦੇ ਵਿੱਚ ਲੀਨ ਹੋਣਾ। ਇਹਦਾ ਮਤਲਬ ਅੱਗ ਦੀ ਇੱਕ ਚਿੰਗਾੜੀ ਉਹ ਵੀ ਉਤਾਵਲੀ ਹੈ ਕਿ ਮੈਂ ਆਪਣੇ ਮੂਲ ਨਾਲ ਜੁੜਾਂ। ਅਗਲੀ ਬੇਨਤੀ ਕਰਾਂ ਕਿ ਜ਼ਮੀਨ ਤੋਂ ਉੱਡਿਆ ਹੋਇਆ ਪਾਣੀ, ਭਾਵੇਂ ਕਿੰਨੇ ਦਿਨ ਸਮੁੰਦਰ ਤੋਂ ਉੱਡਿਆ ਪਾਣੀ ਅਸਮਾਨ ਵਿੱਚ ਰਹੇ, ਉਹ ਦੁਬਾਰਾ ਫਿਰ ਧਰਤੀ ਤੇ ਡਿੱਗੇਗਾ ਤੇ ਡਿੱਗਦਿਆਂ ਸਾਰ ਪਾਣੀ ਸਫ਼ਰ ਸ਼ੁਰੂ ਕਰ ਦਿੰਦਾ ਹੈ। ਆਪ ਸਭ ਨੂੰ ਪਤਾ ਹੈ ਕਿ ਜਦੋਂ ਮੋਹਲੇ ਤਾਰ ਬਾਰਿਸ਼ ਹੁੰਦੀ ਹੈ, ਬਰਸਾਤ ਹੁੰਦੀ ਹੈ ਤੇ ਪਾਣੀ ਇੱਕੋ ਦਮ ਬਹਾਅ ਬਣ ਕੇ, ਪ੍ਰਵਾਹ ਬਣ ਕੇ ਆਪਣਾ ਸਫ਼ਰ ਸ਼ੁਰੂ ਕਰ ਦਿੰਦਾ ਹੈ। ਇਹਦਾ ਕਾਰਨ ਕੀ? ਕਿਉਂਕਿ ਇੱਕ ਨਿੱਕੇ ਤੋਂ ਨਿੱਕਾ ਪਾਣੀ ਦਾ ਕਤਰਾ ਉਹ ਵੀ ਚਾਹੁੰਦਾ ਹੈ ਕਿ ਜਿਸ ਸਮੁੰਦਰ ਤੋਂ ਵਿਛੜ ਕੇ ਮੈਂ ਅਸਮਾਨ ਵਿੱਚ ਘੁੰਮਿਆ ਵਾਂ, ਮੈਂ ਆਪਣੇ ਮੂਲ ਵਿੱਚ ਜੁੜਨਾ ਚਾਹਨਾ। ਸੱਚ ਇਹ ਵੇ ਕਿ ਪਾਣੀ ਦੀ ਬੂੰਦ ਬੂੰਦ ਉਹ ਦੁਬਾਰਾ ਫਿਰ ਆਪਣੇ ਸ਼ਵ ਸਾਗਰ ਵਿੱਚ ਲੀਨ ਹੋਣਾ ਚਾਹੁੰਦੀ ਹੈ। ਬੇਨਤੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਕਸ਼ਮੀਰ ਮੈਂ ਗਿਆ, ਅਸੀਂ ਭਾਵੇਂ ਕਿਤਾਬਾਂ ਵਿੱਚ ਇੱਕ ਸ਼ਬਦ ਪੜ੍ਹਨੇ ਆ, ਇੱਛਾ ਬਲ। ਭਾਈ ਸਾਹਿਬ ਵੀਰ ਸਿੰਘ ਉਹਨਾਂ ਜ਼ਿਕਰ ਵੀ ਕੀਤਾ। ਅਸਲ 'ਚ ਕਸ਼ਮੀਰੀ ਲੋਕ ਉਹਨੂੰ ਇੱਛਾ ਬਲ ਨਹੀਂ, ਅੱਛਾ ਬਲ ਕਹਿੰਦੇ। ਇੱਕ ਪਿੰਡ ਹੈ ਅੱਛਾ ਬਲ ਤੇ ਉਹ ਚਸ਼ਮਾ ਪਾਣੀ ਦਾ 24 ਘੰਟੇ ਨਿਰੰਤਰ ਪ੍ਰਵਾਹ, ਉਹਦੇ ਚੋਂ ਨਿਰਮਲ ਨੀਰ ਨਿਕਲਦਾ ਹੈ। ਤੇ ਮੇਰੇ ਮਨ ਦੀ ਇੱਛਾ ਸੀ ਕਿ ਭਾਈ ਵੀਰ ਸਿੰਘ ਉਹਨਾਂ ਨੇ ਇਸ ਬਾਰੇ ਬਹੁਤ ਸੋਹਣਾ ਲਿਖਿਆ ਤੇ ਘੱਟੋ ਘੱਟ ਕਸ਼ਮੀਰ 'ਚ ਜਾ ਕੇ ਉਹ ਚਸ਼ਮਾ ਜ਼ਰੂਰ ਦੇਖਾਂ। ਰਾਤ ਅਸੀਂ ਉਹਦੇ ਕਿਨਾਰੇ ਤੇ ਸਾਨੂੰ ਇੱਕ ਹੱਟ ਮਿਲ ਗਿਆ, ਟਿਕਾਣਾ, ਅਸੀਂ ਰੁਕੇ ਤੇ ਰਾਤ ਸਾਰੇ ਸਾਡੇ ਕੰਨਾਂ ਵਿੱਚ ਨਾ ਪਾਣੀ ਦੇ ਚੱਲਣ ਦੀ ਆਵਾਜ਼ ਪੈਂਦੀ ਰਹੀ, ਪ੍ਰਵਾਹ ਪਾਣੀ ਦਾ। ਤੇ ਸੁਬਾਹ ਜਿਹੜਾ ਸਾਨੂੰ ਅਟੈਂਡ ਕਰ ਰਿਹਾ ਸੀ ਉੱਥੋਂ ਦਾ ਵਸਨੀਕ, ਮੈਂ ਪੁੱਛ ਲਿਆ ਵੀ ਸਾਰੀ ਰਾਤ ਅਸੀਂ ਸੁੱਤੇ, ਅੱਧੀ ਰਾਤ ਤੱਕ ਅਸੀਂ ਆਏ ਹਾਂ ਤੇ ਬਾਕੀ ਰਾਤ ਕੋਈ ਸਮਾਂ ਵਿਸ਼ਰਾਮ ਕੀਤਾ ਤੇ ਹੁਣ ਵੀ ਆ ਦੇਖ ਸਾਡੇ ਕੰਨਾਂ ਵਿੱਚ ਪਾਣੀ ਦੀ ਆਵਾਜ਼ ਪੈ ਰਹੀ ਸਾਰੀ ਰਾਤ। ਕੀ ਇਹ ਬਾਰਿਸ਼ ਦਾ ਪਾਣੀ ਹੈ? ਉਹਨੇ ਹੱਸ ਕੇ ਕਿਆ ਕਹਿਣ ਲੱਗਾ, ਨਹੀਂ, ਅਸਲ 'ਚ ਜਿੱਥੇ ਤੁਸੀਂ ਰੁਕੇ ਹੋ ਇਹ ਇੱਛਾ ਬਲ ਦਾ ਕਿਨਾਰਾ ਹੈ, ਇਹ ਪਾਣੀ ਦਾ ਚਸ਼ਮਾ ਇੱਛਾ ਬਲ। ਮੇਰੇ ਮਨ ਨੂੰ ਪ੍ਰਸੰਨਤਾ ਹੋਈ। ਚਲੋ ਭਾਈ ਸਾਹਿਬ ਦੇ ਕਿਨਾਰੇ ਬੈਠ ਕੇ ਗਏ, ਉਹਨਾਂ ਸਿਮਰਨ ਵੀ ਕੀਤਾ ਤੇ ਇਹਦੇ ਬਾਰੇ ਲਿਖਿਆ ਵੀ, ਦੇਖੀਏ ਤਾਂ ਸਹੀ। ਜਦੋਂ ਦੇਖਿਆ ਉਸ ਚਸ਼ਮੇ ਦੇ ਵਿੱਚੋਂ ਨਿਰੰਤਰ ਪਾਣੀ ਨਿਕਲ ਰਿਹਾ, ਸਦੀਆਂ ਤੋਂ ਨਿਕਲ ਰਿਹਾ।
ਤੇ ਨਿਕਲਦਿਆਂ ਸਾਰ ਉਹ ਪਾਣੀ ਯਾਤਰਾ ਸ਼ੁਰੂ ਕਰ ਦਿੰਦਾ। ਜਿੱਥੋਂ ਜੇਹਲਮ ਦਰਿਆ ਨਿਕਲਦਾ ਹੈ ਉਸ ਨੂੰ ਮੈਂ ਦੇਖਿਆ, 1 ਸਕਿੰਟ ਦੇ ਵਿੱਚ 4000 ਲੀਟਰ ਪਾਣੀ ਚਸ਼ਮੇ ਚੋਂ ਬਾਹਰ ਨਿਕਲਿਆ। 4000 ਲੀਟਰ ਮੈਂ ਸ਼ਬਦ ਵਰਤਿਆ। ਇੰਨਾ ਠੰਡਾ ਪਾਣੀ ਹੈ ਕਿ ਜ਼ਿਆਦਾ ਸਮਾਂ ਉਹਦੇ ਵਿੱਚ ਕੋਈ ਹੱਥ ਨਹੀਂ ਟਿਕਾ ਸਕਦਾ, ਪਰ ਪਾਣੀ ਜਦੋਂ ਨਿਕਲਦਾ ਹੈ ਇੱਕੋ ਦਮ ਪ੍ਰਵਾਹਿਤ ਹੋ ਜਾਂਦਾ। ਅਸਮਾਨ ਤੋਂ ਪਾਣੀ ਵਰਸਦਾ ਹੈ ਤੇ ਉਹੀ ਪਾਣੀ ਸਫ਼ਰ ਸ਼ੁਰੂ ਕਰ ਦਿੰਦਾ। ਇਹਦਾ ਕਾਰਨ ਕੀ? ਭਾਈ ਸਾਹਿਬ ਨੇ ਭਾਵੇਂ ਉਸ ਚਸ਼ਮੇ ਨਾਲ ਗੱਲਬਾਤ ਤਾਂ ਕੀ, ਕਵੀ ਦਾ ਖਿਆਲ ਹੈ ਸ਼ਾਮ ਦਾ ਵੇਲਾ ਸੀ, ਸਾਰੇ ਲੋਕ ਆਰਾਮ ਕਰਦੇ ਨੇ, ਰਾਤ ਨੂੰ ਵੀ ਚਸ਼ਮਾ ਨਿਰੰਤਰ ਵਹਿ ਰਿਹਾ ਤੇ ਮੈਂ ਕੰਨਾਂ ਨਾਲ ਉਹਦੀ ਆਵਾਜ਼ ਸੁਣੀ। ਉਹਦੇ ਨੇੜੇ ਸਵੇਰੇ ਗਏ ਤੇ ਭਾਈ ਸਾਹਿਬ ਦੀ ਮੈਨੂੰ ਗੱਲ ਯਾਦ ਆ ਗਈ। ਕਹਿਣ ਲੱਗੇ, ਉਹ ਪਾਣੀ ਦੇ ਚਸ਼ਮੇ ਤੂੰ ਧਰਤੀ ਚੋਂ ਨਿਕਲਦਿਆਂ ਸਾਰੀ ਯਾਤਰਾ ਕਿਉਂ ਸ਼ੁਰੂ ਕਰ ਦਿੱਤੀ? ਲੋਕ ਆਰਾਮ ਕਰਦੇ ਨੇ, ਤੈਨੂੰ ਰਾਤ ਨੂੰ ਚੈਨ ਨਹੀਂ? ਕਹਿੰਦੇ ਉਸ ਵਕਤ ਪਾਣੀ ਦੇ ਚਸ਼ਮੇ ਦਾ ਜੋ ਖਿਆਲ ਭਾਈ ਸਾਹਿਬ ਅੰਦਰ ਆਇਆ, ਹੁਣ ਇਹ ਨਾ ਸਮਝਾਣਾ ਵੀ ਪਾਣੀ ਦਾ ਚਸ਼ਮਾ ਬੋਲਦਾ। ਦੇਖੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਜੀ ਕਰਦੇ ਹੋ, ਜਦੋਂ ਕੋਈ ਰਚਨਾਕਾਰ ਕੋਈ ਰਚਨਾ ਕਰਦਾ ਹੈ, ਸੱਚ ਐਵੇਂ ਸ਼ਾਇਰ, ਕਵੀ ਜਾਂ ਕਵਿਤਾ ਰਚਣ ਵਾਲਾ, ਬਾਣੀ ਰਚਣ ਵਾਲਾ, ਉਹ ਆਪਣੀਆਂ ਕੋਲ ਖਲੋਤੀਆਂ ਹੋਈਆਂ ਜੜ ਚੀਜ਼ਾਂ ਨੂੰ ਹੀ ਬੁਲਾ ਲੈਂਦਾ। ਉਦਾਹਰਨ ਦੇ ਤੌਰ ਤੇ ਦੇਖੋ ਬਾਬਾ ਫਰੀਦ ਸਾਹਿਬ, ਉਹਨਾਂ ਦੀ ਰਚਨਾ 'ਚ ਅਸੀਂ ਪੜ੍ਹਦੇ ਹਾਂ, ਅਸੀਂ ਕੋਇਲ ਕੂਕਦੀ ਸੁਣੀ, ਪਰ ਉਹਨਾਂ ਨੇ ਤਾਂ ਕੋਇਲ ਨਾਲ ਵੀ ਗੱਲ ਕੀਤੀ ਕਿ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇ ਨਾਲ ਹੀ ਉੱਤਰ ਦਿੱਤੋ ਨੇ ਆਪਣੇ ਪ੍ਰੀਤਮ ਕੇ ਖਾਂ ਬਿਰਖ ਹੈ ਜਾਲੀ। ਇਹਦਾ ਮਤਲਬ ਕੋਇਲ ਨਾਲ ਗੱਲਬਾਤ ਕੀਤੀ। ਜਿਵੇਂ ਸਤਿਗੁਰੂ ਦਾ ਬਚਨ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਹੇ ਦੋਖੜੇ ਸੜਿਓ ਹੈ ਕਾਲੀ ਖੋਈ ਹਾ ਦਿਓਰੀ ਨਾਨਕ ਮੈਂ ਤਨ ਭੰਗ। ਉਹਨਾਂ ਨੇ ਸੱਚ ਐਵੇਂ ਪਾਣੀ ਦੇ ਇੱਕ ਸਰੋਵਰ ਨਾਲ ਗੱਲ ਕੀਤੀ। ਮੈਂ ਬੇਨਤੀ ਕਰਾਂਗਾ, ਸ਼ਾਇਰ ਦਾ ਸੁਭਾਅ ਹੈ, ਜਦੋਂ ਕਹਿੰਦੇ ਨੇ ਉਹਨਾਂ ਪੁੱਛਿਆ ਕਿ ਇਹ ਚਸ਼ਮੇ ਤੂੰ ਦਿਨ ਰਾਤ ਪ੍ਰਵਾਹਿਤ ਹੈ ਤੇ ਤੈਨੂੰ ਚੈਨ ਨਹੀਂ? ਤੇ ਉਸ ਚਸ਼ਮੇ ਦਾ ਉੱਤਰ ਸੀ ਕਿ ਨਿਕਲਣ ਤੋਂ ਬਾਅਦ, ਧਰਤੀ ਫੁੱਟਣ ਤੋਂ ਬਾਅਦ ਮੇਰੀ ਇੱਕੋ ਇੱਛਾ ਹੈ ਕਿ ਮੈਂ ਆਪਣੇ ਸ਼ੌ ਸਾਗਰ ਵਿੱਚ ਲੀਨ ਹੋਣਾ ਚਾਹਨਾ। ਤੇ ਸੱਚ ਐਵੇਂ ਜਿਨ੍ਹਾਂ ਨੂੰ ਆਪਣੇ ਪਿਆਰੇ ਦੀ ਖਿੱਚ ਹੈ, ਉਹ ਉਨੀ ਦੇਰ ਤੱਕ ਚੈਨ ਨਾਲ ਨਹੀਂ ਬੈਠਦੇ ਜਿੰਨੀ ਦੇਰ ਤੱਕ ਮਿਲ ਨਾ ਪੈਣ। ਭਾਈ ਸਾਹਿਬ ਕਹਿੰਦੇ ਨੇ ਇੱਕ ਪਾਣੀ ਦਾ ਕਤਰਾ ਵੀ ਉਤਾਵਲਾ ਹੈ ਕਿ ਜਲਦੀ ਨਾਲ ਮੈਂ ਸਮੁੰਦਰ ਦੇ ਵਿੱਚ ਜਾ ਮਿਲਾਂ, ਕਿਉਂਕਿ ਉਹ ਵੀ ਆਪਣੇ ਮੂਲ ਨੂੰ ਮਿਲਣਾ ਚਾਹੁੰਦਾ। ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਵੀ ਹੈ ਕਿ ਸਾਂਝ ਹੋਈ ਪਰਛਾਵੇਂ ਛਿਪ ਗਏ, ਕਿਉਂ ਇੱਛਾ ਬਲ ਤੂੰ ਜਾਰੀ, ਨੈ ਸਰੋਧ ਕਰ ਰਹੀ ਹੈ ਉਵੇਂ ਤੇ ਟੁਰਨੋਂ ਵੀ ਨਹੀਂ ਖਾਰੀ। ਪੰਛੀ ਅਤੇ ਸੈਲਾਨੀ ਮਾਲੀ ਸਭ ਆਰਾਮ ਵਿੱਚ ਆਏ, ਸਹਿਮ ਸਵਾਦਲਾ ਛਾ ਗਿਆ ਸਾਰੇ, ਕੁਦਰਤ ਟੇਗੀ ਸਾਰੀ। ਤੇ ਅੱਗੋਂ ਪਾਣੀ ਦੇ ਚਸ਼ਮੇ ਨੇ ਕਿਹਾ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਇਹ 17 ਤਾਂ ਤਕਰੀਬਨ ਪੰਜਾਬੀ ਦੀ ਸੂਝ ਰੱਖਣ ਵਾਲੇ ਭਾਈ ਸਾਹਿਬ ਦੀ ਰਚਨਾ ਜਿੰਨਾ ਪੜ੍ਹੀ ਹੋਵੇ, ਉਹ ਲਿਖਦੇ ਨੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ, ਖੈ ਟੋਰ ਅਨੰਤ ਉਹਨਾਂ ਦੀ, ਵਸਲੋ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ। ਮੈਂ ਬੇਨਤੀ ਕਰਾਂ, ਇੱਕ ਪਾਣੀ ਦਾ ਕਤਰਾ ਵੀ ਡਿੱਗਦਿਆਂ ਸਾਰ, ਨਿਕਲਦਿਆਂ ਸਾਰ ਉਹ ਸਫ਼ਰ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਉਹ ਵੀ ਆਪਣੇ ਮੂਲ ਨਾਲ ਜੁੜਨਾ ਚਾਹੁੰਦਾ। ਮੈਂ ਤੀਸਰੀ ਬੇਨਤੀ ਜਿਹੜੀ ਕਰ ਲੱਗਾ ਕਿ ਜ਼ਮੀਨ ਤੋਂ ਉੱਡੀ ਕੋਈ ਮਿੱਟੀ, ਜ਼ਮੀਨ ਤੋਂ ਉੱਡੇ ਕੋਈ ਰੇਤ ਦੇ ਕਣ, ਉਹ ਜਿਤਨਾ ਸਮਾਂ ਮਰਜੀ ਅਸਮਾਨ ਵਿੱਚ ਰਹਿਣ, ਵਾਪਸ ਉਹ ਧਰਤੀ ਤੇ ਜ਼ਰੂਰ ਡਿੱਗਦੇ ਨੇ, ਕਿਉਂਕਿ ਜਿਸ ਧਰਤੀ ਤੋਂ ਵਿਛੜ ਕੇ ਗਏ ਨੇ ਉਹ ਦੁਬਾਰਾ ਆਪਣੇ ਮੂਲ ਨਾਲ ਮਿਲਣਾ ਚਾਹੁੰਦੇ ਨੇ। ਚੌਥੀ ਉਦਾਹਰਨ ਦਾਸ ਨੇ ਦਿੱਤੀ ਸੀ ਕਿ ਕਣਕ ਦੇ ਦਾਣੇ ਅੱਜ ਵੀ ਕੱਢ ਕੇ ਕੋਈ ਤੂੜੀ ਵਿੱਚ ਦੱਬ ਦੇਵੇ ਤੇ ਉਹਨੂੰ ਬਿਮਾਰੀ ਕੀੜਾ ਤਾਂ ਨਹੀਂ ਲੱਗਦਾ, ਕਿਉਂਕਿ ਜਿਸ ਕੱਖਾਂ ਵਿੱਚੋਂ ਦਾਣੇ ਨਿਕਲੇ ਨੇ ਆਪਣੇ ਮੂਲ ਵਿੱਚ ਦੁਬਾਰਾ ਚਲੇ ਜਾਣ, ਚੇਤੇ ਰੱਖਿਓ ਉਹਨਾਂ ਨੂੰ ਬਿਮਾਰੀ ਕੀੜਾ ਕੁਝ ਨਹੀਂ ਲੱਗਾ, ਕਿਉਂਕਿ ਜਿਹੜਾ ਆਪਣੇ ਮੂਲ ਨਾਲ ਜੁੜ ਜਾਂਦਾ ਉਹ ਦਾਣਾ ਵੀ ਵੱਜ ਜਾਂਦਾ। ਪੰਜਵੀਂ ਉਦਾਹਰਨ ਦਾਸ ਨੇ ਦਿੱਤੀ ਸੀ ਕਿ ਅਸੀਂ ਗੰਨੇ ਦਾ ਰਸ ਲੈਂਦੇ ਹਾਂ ਤੇ ਗੰਨੇ ਦੇ ਰਸ ਦੇ ਭਾਂਡੇ ਵਿੱਚ ਜੇਕਰ ਕੋਈ ਗੰਨੇ ਦੇ ਟੁਕੜੇ ਕੱਟ ਕੇ ਪਾ ਦੇ, ਛੇਤੀ ਉਹ ਰਸ ਖਰਾਬ ਨਹੀਂ ਜੇ ਹੁੰਦਾ, ਕਿਉਂਕਿ ਜਿਸ ਗੰਨੇ ਵਿੱਚੋਂ ਉਹ ਰਸ ਨਿਕਲਿਆ ਦੁਬਾਰਾ ਉਸ ਰਸ ਵਾਲਾ ਗੰਨਾ ਉਹ ਨਾਲ ਟੇਗਿਆ, ਕਿਉਂਕਿ ਜਿਸ ਰਸ ਦੇ ਨਾਲ ਉਹਦਾ ਮੂਲ ਹੋਵੇਗਾ ਉਹ ਛੇਤੀ ਕਿਤਿਆਂ ਖਰਾਬ ਨਹੀਂ ਹੁੰਦਾ।
मेरे गुरु गोबिंद सिंह जी ने एक बचन किया, कहन लगे ए मानवता, ए इंसान, सच ए वे तू असल च आत्मा शब्द वरतने, जीव आत्मा। देख हर चीज अपने मूल वाले पासे सबर कर रही है। पानी का कतरा समुद्र वाल जा रहा है, अग की चिंगारी सूरज वाल जा रही है, रेत दे कण वापस फिर रेत दे टिब्बे वाल जा रहे हैं। हर चीज अपने मूल नाल जुड़ रही है, पर सच एवे बंदा ज्यादा गिनती विच मूल नाल जुड़न दी थां ते मूल तो बिल्कुल विपरीत जा रहा है। धन गुरु गोबिंद सिंह महाराज जी दे बचन ने कि जैसे एक आग ते कनोका कोट आग उठे, भावें ए संसार दी रचना बारे क्या, जैसे एक आग ते कनोका कोट आग उठे, न्यारे न्यारे कोई कह फिर आग में मिलाएंगे। जैसे एक धूर ते अनेक धूर पूर्त है, धूर के कनोका सबे धूर की समाहेंगे। जैसे एक नद ते तरंग कोट उपजत है, पान के सरंग सब पान की कहाएंगे। तैसे विश्व रूप ते अपूत पूत प्रगट होए। भूत दा अर्थ प्रेत नहीं, भूत दा अर्थ तत्। तैसे विश्व रूप ते अपूत पूत प्रगट होए, ताही ते उपज सब ताही में समाहेंगे। बेनती फिर सुनियो, मैं दोहरा देवां, एक चिंगारी मिल जाए सूरज का रूप हो जाती है, जो मैं अज अर्ज करनी चाहना। गुरमुखो, एक पानी की बूंद समुद्र विच मिल जाए, समुद्र का रूप हो जाती है। एक रेत का कण रेत के टिब्बे विच मिल जाए, और रेत के टिब्बे का रूप हो जाता है। ते जदों सिख गुरु गोबिंद सिंह के चरणों विच मत्था टेक के सत बचन कह के अमृत की दात लैंदा है, ते जिंदगी च रहत नूं कमांदा है, करैतां तो बचदा है, बंदगी करदा, एक दिन वो सिख गुरु गोबिंद सिंह का रूप हो जाता है। मेरा असल च मकसद यह सी, थोड़े जे मैं बेनतियां बाणी चो करनियां, क्योंकि सरबलो ग्रंथ विचों असीं ये बचन पढ़ने कि खालसा मेरो रूप है खास, खालसे मैं हूं करूं निवास। कल भी दास इस संबंधी अर्ज करेगा, ते तकरीबन लड़ीवार कथा असीं जागत जोत जो सतगुरु का पवित्र सवैया है उसकी प्रारंभ की। बाणी पढ़न वाले तुसी बैठे हो। गुरमुखो, ये सच जे कि जदों कोई अपने इष्ट की पूर्ण खुशी ले जाता है, एक दिन वह रूप हो जाता है। आओ असीं गुरु ग्रंथ साहिब चो कोई दर्शन करिए। ते मेरा ख्याल जदों गुरु ग्रंथ साहिब की बाणी के प्रमाण नाल होणगे, ते खालसा जी इन्ना वड्डा भरोसा बनेगा कि धन गुरु गोबिंद सिंह महाराज रुलदे कोई इंसान सा असी। सच एवे साडी पुछ प्रतीत कोई नहीं सी। उस चोजी प्रीतम ने अपने सीने ना लाया, ते इन्नी कृपा कीती, अपने सीने ना ला के अपने सीने का खजाना खालसे दे अंदर टिका दिता, अपना रूप बनाया। आओ थोड़े जे प्रमाण दास बाणी चो अर्ज करेगा। गुरु ग्रंथ साहिब विचों दो शब्द असी भगत नामदेव जी दे लांगे। पाठ करने वाले गुरसिखां नूं पता है, एक शब्द है भगत ते दूजा शब्द है भगवंत। गुरु ग्रंथ साहिब जी बचन करते ने कि भगती करने वाला भगत एक दिन भगवंत का रूप हो जाता है। एक शब्द है संत ते दूसरा शब्द है अनंत। सारे शब्द बाणी चों ने। भगत जिहड़ा है एक दिन भगवंत का रूप हो जाता है, संत एक दिन अनंत का रूप हो जाता है, सेवक एक दिन स्वामी का रूप हो जाता है, सच एवे सिख गुरु का रूप हो जाता है, ते जिन्हें अमृत की दात लई वो खालसा गुरु गोबिंद सिंह का रूप हो जाता है। सतगुरु की बाणी चो असी देखिए थोड़ा जिहा, एक गुरु ग्रंथ साहिब की बाणी च ना जदों आप पाठ करते हो, चलो मैं कमेंटरी भी कह के आया, कई बार साडा प्रचारकों का सुभाव असीं बोली जाने, क्योंकि सतगुरु ने ड्यूटी इहो जी ला दी ना। हालांकि कदी भी स्टेज उपर बैठा होया सज्जन कोई भी बुलारा होवे, ये मत समझे कि संगत विच मेरे तो घट जानकारी वाले बैठे। उंज वैसे अजकल का पढ़िया लिखिया समाज कहता जदों बुलारा कोई बोलना सीखदा वो कहता जे तू बोलन लगा है ना, हालांकि प्रोफैसर गंगा सिंह ने किताब भी लिखी सी जनता विच किवें बोलीए, बड़ी डिटेल उन्हें दिती। कई बुलारे कहते ने जदों तू बोलन लगा है तू ये समझ मैनू पता है बाकी सब अज्ञानी ने। वो कहे शब्द मैं सुने कईयां तो, पर मेरे मन च आया नहीं, संगत विच ये शब्द ना कदी कहीए। वो इस करके कहते मनोबल पैदा होवे कि मैं
बिल्कुल खुला बोल सकां, मैनू झाका ना आवे, लज्जिया ना आवे। वो कहते ने बस ये समझ मैं जानकार हाँ, बाकी किसी नू पता नहीं। पर एक गुरमुख महापुरुख साडे सन, वो कहते सन कि जदों तू कथा करें, खास करके बाबा गुरबचन सिंह जी पिंडरां वाले, जदों तू बुलारिया कथा करे, ज्ञानियां कथा करें, इस ढंग नाल कथा करी, मैनू कुछ नहीं आउंदा, संगत उत्तम है, मैं बच्चा अपनी संथ्या सुनाण वास्ते आया। फर्क है ना, देखो संगत विच प्रभु वसदा है। जिहड़ी दास बेनती कर लगा, गुरु ग्रंथ साहिब की बाणी च बहुत सी हिस्सा जिहड़ा है वो प्रश्नोत्तरी भी है, शब्द विचों परमात्मा बोलदा है। आओ दो बचन असीं पहला भगत ते भगवंत बारे लईए कि भगत भगवंत का रूप हो जाता है। खास भगत नामदेव जी का शब्द है, वो शब्द आरंभ होंदा है बधो की ना होड़ माधो मोस्यों, अर्थदास करी जाएगा क्योंकि आना खालसा मेरो रूप है खास। बधो की ना होड़ माधो मोस्यों, बधो का अर्थ है बनना ते होड़ का अर्थ हुंदा शर्त। कहते ने परमात्मा वाहिगुरू जी मेरे नाल शर्त लाओगे। हुण जदों ये शब्द आउंदे ने, कदी इहनूं तर्क च नहीं लिजाणा कि रब नाल शर्तां ला लईआं, नहीं प्यारिओ, भगती करन वाले नूं वेख के तां रब खुश भी हुंदा है ते इस तरह लाड़ लड़ांदा है जिवें मां अपने बच्चे नूं गोद विच लाड़ लांदी। भगत साहब ने कहा कि एक भगत मेरे हिरदै बसै, नामे देख नारायण खसै। सतगुरु कहने तेरा भरोसा है प्यारे, मैं लाड लड़ाया प्रभु, मैं तो बच्चा हाँ। कह लगे परमात्मा वाहिगुरू भगवंत जी मैं तुहाडे नाल शर्त लान लगा। ते महाराज कहंदे ने वाहिगुरू जी कि मेरे नाल शर्त लान लगा। कह लगे खां मैनूं दसो कि तेरे विच ते तेरे सेवक विच कोई अंतर नहीं। तेरा सेवक प्रभु तेरा खास रूप है। देखो शब्द है बधो की ना होड़ माधो मोस्यों। माधव का अर्थ प्रभु तू मेरे नाल क्यों नहीं शर्त लांदा। बधो की ना होड़ माधो मोस्यों, ठाकुर ते जन, जन ते ठाकुर, खालसा गुरु ते गुरु खालसा। मैं ये प्रकरण अज तां इत्थे चुनिया कि गुरु के सिखो जो कुछ गुरु गोबिंद सिंह ने दिता ओदी बुनियाद वो सब कुछ गुरु ग्रंथ साहिब की बाणी विचों निकलदा। कल नूं मैं ये भी अर्ज करांगा कि असीं कह दिंदे आ पिछले दिनी कि गुरु साहब ने इलाका नहीं कोई देखिया कि यह पंजाब दा है। ते खिमा करियो जे किते साडी बिरती हुंदी असीं चुनना सी कि पंज प्यारे मेरे इलाके दी होण, मेरी बरादरी दे होण। ये साडी हालत अज हो गई। सतगुरु कृपा करे सानू समत बख्शे। गुरु ने खालसा बनाया सी, गुरु ने बरादरियां नहीं सन बनाईयां। गुरु ने बरादरी तोड़ के सिर्फ इको गुरु का खालसा सजाया सी। कहते ने प्रभु मेरे नाल शर्त ला, ठाकुर ते जन। इत्थे पाठ ठाकर नहीं ठाकुर, ठाकुर प्रभु। प्रभु तो पता लगदा है इहदा सेवक किहो जिहा है, ते सेवक तो पता लगदा इहदा स्वामी किहो जिहा है। बधो की ना होड़ माधो मोस्यों, ठाकुर ते जन, जन ते ठाकुर खेल परयो है तोस्यों। अगले बचन ने आपन देओ, द्योरा आपन, आप लगावे पूजा। जल ते तरंग है, तरंग ते जल है, कहन सुन को दूजा। की है खालसा। कहन लगे जिवें समुंदर विचों पानी दी लहर उठी ते लहर भी समुंदर है, समुंदर भी पानी है। प्यारिओ समुंदर विचों उठी कोई लहर कदी समुंदर तो वख नहीं हुंदी। ते मैं बेनती करांगा भगत जी कहंदे ने प्रभु मैनूं दस तेरा सेवक इस तरह जिवें पानी दे विचों उठी कोई पानी दी लहर। गल ध्यान नाल सुनियो, मैं पानी दी लहर प्रमाण लिया ते तुसीं पढ़ोगे ज्यों ज्यों बाणी चों प्रमाण मिलणगे वो सारे जल तरंग ते आउणगे। बधो की ना होड़ माधो मोस्यों, ठाकुर ते जन, जन ते ठाकुर खेल परयो है तोस्यों। आपन देओ द्योरा आपन, आप लगावे पूजा। जल ते तरंग, तरंग ते है जल, जल ते तरंग, पानी तो लहर, लहर तो पानी। जल ते तरंग, तरंग ते है जल, कहन सुन को दूजा। ये शब्द तो बाद ना जिहड़ा अगला शब्द हुंदा है वो ध्यान नाल सुनो। मैं सिर्फ दो तुका लियां ने। जदों भगत जी पुछदे ने प्रभु मैनूं शर्त ला के दस तेरा सेवक, अगों परमात्मा जी बोल के कहंदे ने दास अनिन मेरो निज रूप। खालसा मेरो रूप है खास। यदी बुनियाद की है दास अनिन। दास का अर्थ सेवक
ਤੇ ਅਨਨ ਦਾ ਅਰਥ ਹੈ ਜਿਹੜਾ ਮੇਰੇ ਤੋਂ ਬਿਨਾ ਕਿਸੇ ਵੱਲ ਝਾਕਦਾ ਨਹੀਂ। ਤੇ ਅਨਨ ਦੇ ਅਰਥ ਕਰਾਂਗੇ ਏਕ ਬਿਨਾ ਮਨ ਨੈਕ ਨਾ ਆਨੈ। ਅਨਨ ਜਿਹਨੂੰ ਕੇਵਲ ਪ੍ਰਭੂ ਦਾ ਭਰੋਸਾ। ਨਾਮਦੇਵ ਜਿਹੜਾ ਸੇਵਕ ਮੇਰੇ ਤੇ ਭਰੋਸਾ ਕਰਦਾ ਹੈ, ਦਾਸ ਅਨਨ ਮੇਰੋ ਨਿਜ ਰੂਪ, ਮੇਰਾ ਆਪਣਾ ਰੂਪ ਹੈ। ਮਹਾਰਾਜ ਵਾਹਿਗੁਰੂ ਜੀ ਤੁਹਾਡਾ ਰੂਪ। ਕਹਿਣ ਲੱਗੇ ਇੱਕ ਗੱਲ ਹੋਰ ਸੁਣ ਲੈ, ਧਿਆਨ ਦਿਆ ਜੇ ਮੇਰੀ ਬੇਨਤੀ ਵੱਲ। ਇਧਰ ਗੁਰੂ ਗੋਬਿੰਦ ਸਿੰਘ ਬਖਸ਼ਿਸ਼ ਕਰਦੇ ਨੇ ਕਿ ਜਿੱਥੇ ਖਾਲਸੇ ਦੇ ਦਰਸ਼ਨ ਹੋ ਗਏ ਮੇਰੇ ਦੀਦਾਰ ਹੋ ਗਏ, ਤੇ ਉਧਰ ਭਗਤ ਜੀ ਨੂੰ ਪ੍ਰਭੂ ਬੋਲ ਕੇ ਕਹਿੰਦੇ ਨੇ ਕਿ ਜਿਹੜਾ ਮੇਰਾ ਭਗਤ ਮੇਰਾ ਰੂਪ ਹੋ ਗਿਆ, ਇੱਕ ਵਾਰੀ ਉਹਦੇ ਦੀਦਾਰ ਕੋਈ ਕਰ ਲੈ ਉਹਦੇ ਤਿੰਨੇ ਤਾਪਾਂ ਦਾ ਨਾਸ਼ ਹੋ ਜਾਏਗਾ। ਦਾਸ ਅਨਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਅੱਖ ਝਮਕਣ ਜਿਤਨਾ ਸਮਾਂ ਮੇਰੇ ਸੇਵਕ ਦੇ ਕੋਈ ਦੀਦਾਰ ਕਰੇ। ਦਰਸ਼ਨ ਨਿਮਕ ਤਾਪ ਤਰੀ ਮੋਚਨ, ਤਿੰਨੇ ਤਾਪ ਖਤਮ ਹੋ ਜਾਣਗੇ। ਪਰਸਤ ਕਰਤ ਗਏ, ਉਹ ਜੇ ਚਰਨ ਪਰਸੇਗਾ ਉਹ ਖਨੇਰੇ ਖੂਹ ਚ ਡੁੱਬੇ ਹੋਏ ਨੂੰ ਬਚ ਜਾਏਗਾ, ਜਿਹੜੇ ਮੇਰੇ ਸੇਵਕ ਦੇ ਦਰਸ਼ਨ ਕਰੇਗਾ। ਦਾਸ ਅਨਨ ਮੇਰੋ ਨਿਜ ਰੂਪ, ਦਰਸ਼ਨ ਨਿਮਕ ਤਾਪ ਤਰੀ ਮੋਚਨ, ਪਰਸਤ ਕੁਰਤ ਕਰਤ, ਉਹ ਜਦੋਂ ਸਪਰਸ਼ ਕਰੇਗਾ ਉਹਦੇ ਅੰਦਰ ਦਾ ਅੰਧਕਾਰ ਮਿਟੇਗਾ। ਫਿਰ ਅਗਲਾ ਬਚਨ ਕਿਹਾ, ਕੱਲਾ ਰੂਪ ਹੀ ਨਹੀਂ, ਕਹਿਣ ਲੱਗੇ ਮੇਰੀ ਬਾਂਦੀ ਭਗਤ ਛੁਡਾਵੇ। ਬਾਂਧੈ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਹ ਕੋ ਗਏ ਬਾਂਧੈ ਤਉ ਪੁਨ ਮੋਹ ਪੈ। ਜਵਾਬ ਨਾ ਹੋਏ। ਮੇਰੀ ਬੇਨਤੀ ਸੁਣਿਓ, ਭਗਤ ਭਗਵੰਤ का रूप है। ਹੁਣ ਅਗਲਾ ਸ਼ਬਦ ਆਇਆ ਸੰਤ, ਅਨੰਤ का रूप है। ਇਹ ਵੱਖਰਾ ਇੱਕ ਪ੍ਰਕਰਨ ਹੈ, ਮੌਕਾ ਮਿਲਿਆ ਤੇ ਮੈਂ ਜ਼ਰੂਰ ਇਸ ਸੰਬੰਧੀ ਬੇਨਤੀ ਕਰਾਂਗਾ, ਕਿਉਂਕਿ ਅੱਜ ਸੰਤ ਸ਼ਬਦ ਦੇ ਸੰਬੰਧ ਵਿੱਚ ਜਦੋਂ ਵਿਚਾਰ ਚੱਲਦੀ, ਕੋਈ ਸ਼ੱਕ ਨਹੀਂ ਕਿ ਸੱਚ ਐਵੇਂ ਆਦ ਕਾਲ ਤੋਂ ਲੈ ਕੇ ਅੱਜ ਤੱਕ ਭੇਖ ਹੈ, ਪਖੰਡ ਹੈ, ਦੰਭ ਹੈ। ਪਰ ਇਸ ਗੱਲ ਨੂੰ ਕਦੀ ਨਾ ਭੁੱਲਿਓ ਗੁਰਮੁਖੋ, ਜੇ ਲੱਖਾਂ ਪਖੰਡ ਕਰਨ ਵਾਲੇ ਨੇ ਤੇ ਕਮਾਈ ਵਾਲਾ ਵੀ ਕਿਤੇ ਨਾ ਕਿਤੇ ਜ਼ਰੂਰ ਬੈਠਾ ਹੈ। ਇਹਨੂੰ ਸਮਝੀਏ। ਜਦੋਂ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਸ਼ਬਦ ਕਹਿੰਦੇ ਆ, ਕੋਈ ਸਿੱਖ ਨਹੀਂ, ਕੋਈ ਗੁਰਮੁਖ ਕਹੀ ਤਾਂ ਇੰਨਾ ਨੈਗੇਟਿਵ ਬੋਲਦੇ ਆ, ਨਹੀਂ ਜੀ ਕੋਈ ਕਾਲ ਪੈ ਗਿਆ ਜੀ, ਕੋਈ ਸਿੱਖ ਨਹੀਂ ਰਹਿ ਗਿਆ, ਕੁਛ ਨਹੀਂ ਜੇ ਖਾਲਸਾ ਰਹਿ ਗਿਆ। ਤੇ ਮੈਨੂੰ ਉਸ ਵਕਤ ਬਾਬਾ ਤੇਜਾ ਸਿੰਘ ਡਬਲ MA ਉਹਨਾਂ ਦੀ ਗੱਲ ਕੀ ਯਾਦ ਆਉਂਦੀ। ਉਹਨਾਂ ਇੱਕ ਵਾਰੀ ਤਕਰੀਰ ਕੀਤੀ ਸੀ। ਉਹਨਾਂ ਨੇ ਕਿਹਾ, ਕਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖਲੋ ਕੇ ਬੁਲਾਰਾ ਬਾਹਰ ਵੀ ਕਦੀ ਸਿੱਖ ਨਾ ਇਹ ਸ਼ਬਦ ਕਹਿ ਵੀ ਅੱਜ ਕੋਈ ਸਿੱਖ ਨਹੀਂ ਰਹਿ ਗਿਆ, ਅੱਜ ਕੋਈ ਖਾਲਸਾ ਨਹੀਂ। ਉਹਨਾਂ ਨੇ ਦੇਖੋ ਉਦਾਹਰਨ ਕੀ ਦਿੱਤੀ। ਕਹਿੰਦੇ ਨੇ ਇੱਕ ਕਲਾਸਰੂਮ ਹੈ ਸਕੂਲ ਜਾਂ ਕਾਲਜ ਦਾ, ਤੇ ਉੱਥੇ ਵਿਦਿਆਰਥੀ ਬੈਠੇ ਨੇ ਤੇ ਪੜ੍ਹਾਉਣ ਵਾਲਾ ਟੀਚਰ ਵੀ ਉੱਥੇ ਬੈਠਾ ਹੋਇਆ। ਤੇ ਜੇ ਪ੍ਰੋਫੈਸਰ ਕੋਲ ਜਾ ਕੇ, ਲੈਕਚਰਾਰ ਕੋਲ ਜਾ ਕੇ, ਟੀਚਰ ਕੋਲ ਜਾ ਕੇ ਇਹ ਸ਼ਬਦ ਕਹਿ ਦਈਏ ਕਿ ਇਸ ਕਲਾਸ ਦਾ ਇੱਕ ਵੀ ਬੱਚਾ ਲਾਇਕ ਨਹੀਂ, ਸਾਰੇ ਹੀ ਨਲਾਇਕ ਨੇ, ਕਹਿਣ ਲੱਗੇ ਬੱਚੇ ਤਾਂ ਮਹਿਸੂਸ ਪਤਾ ਨਹੀਂ ਕਰਨ ਕਿ ਨਾ, ਪਰ ਟੀਚਰ ਜ਼ਰੂਰ ਮਹਿਸੂਸ ਕਰੇਗਾ ਕਿ ਕੀ ਮੈਂ ਆਪਣੀ ਕਲਾਸ ਦਾ ਇੱਕ ਵਿਦਿਆਰਥੀ ਵੀ ਲਾਇਕ ਨਹੀਂ ਪੈਦਾ ਕਰ ਸਕੇ। ਧਿਆਨ ਨਾਲ ਸੁਣਿਓ ਬੇਨਤੀ ਮੇਰੀ। ਹੋ ਸਕਦਾ ਵਿਦਿਆਰਥੀ ਕਹੇ ਕੋਈ ਨਹੀਂ, ਹੱਸ ਜਾਏ ਵੀ ਕੋਈ ਨਹੀਂ, ਬਾਹਰੋਂ ਆਇਆ ਕਹਿ ਦਿੱਤਾ। ਟੀਚਰ ਦੇ ਪੱਲੇ ਕੀ ਰਹਿ ਗਿਆ ਕਿ ਟੀਚਰ ਕੋਲ, ਉਸਤਾਦ ਕੋਲ, ਲੈਕਚਰਾਰ ਕੋਲ, ਪ੍ਰੋਫੈਸਰ ਕੋਲ ਇੰਨੀ ਲਿਆਕਤ ਨਹੀਂ ਕਿ ਆਪਣੀ ਕਲਾਸ ਵਿੱਚ ਇੱਕ ਵਿਦਿਆਰਥੀ ਨੂੰ ਲਾਇਕ ਬਣਾ ਸਕਿਆ ਹੋਵੇ। ਗੁਰੂ ਕੇ ਸਿੱਖੋ, ਚੇਤੇ ਰੱਖਿਓ, ਗੁਰੂ ਸਮਰੱਥ ਹੈ। ਕਦੀ ਹਜ਼ੂਰੀ 'ਚ ਕਹੀਏ ਨਾ ਕਿ ਕੋਈ ਸਿੱਖ ਨਹੀਂ, ਸਮਰੱਥ ਗੁਰੂ ਦੀ ਹਜ਼ੂਰੀ ਵਿੱਚ ਜੁਗੋ ਜੁਗ ਅਟਲ ਸਿੱਖ ਵੀ ਕਾਇਮ ਰਹੇਗਾ, ਕਿਉਂਕਿ ਗੁਰੂ ਕੋਲ ਸਮਰੱਥਾ ਹੈ ਸਿੱਖ ਨੂੰ ਜੀਵਨ ਦੇਣ ਦੀ। ਮੈਂ ਬੇਨਤੀ ਜਿਹੜੀ ਅਗਲੀ ਕਰ ਲਗਾ, ਸੰਤ ਵਿੱਚ ਤੇ ਅਨੰਤ ਵਿੱਚ ਵੀ ਕੋਈ ਅੰਤਰ ਨਹੀਂ, ਕੋਈ ਸ਼ਬਦ ਬਾਣੀ ਤੋਂ ਬਾਹਰ ਜਾ ਕੇ ਨਹੀਂ। ਅਸੀਂ ਦੂਜਾ ਪ੍ਰਮਾਣ ਲਈਏ, ਰਾਗ ਆਸਾ ਭਗਤ ਰਵਿਦਾਸ ਸਾਹਿਬ ਦਾ ਜੀ ਇਹ ਸ਼ਬਦ ਹੈ। ਹਜ਼ੂਰ ਨੇ ਫਰਮਾਇਆ ਕਿ ਸੰਤ ਤੁਝੀ ਤਨ, ਸ਼ਬਦ ਹੈ ਆਸਾ ਰਾਗ 'ਚ, ਸੰਤ ਤੁਝੀ ਤਨ ਸੰਗਤ ਪ੍ਰਾਣ, ਸਤਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਦੋ ਤੁਕਾਂ ਸਿਰ ਪੜੀਆਂ। ਭਗਤ ਜੀ ਕਹਿੰਦੇ ਨੇ, ਖੇ ਪਾਰ ਬ੍ਰਹਮ ਪਰਮੇਸ਼ਵਰ ਜੀ, ਖੇ ਅਨੰਤ ਜੀ, ਤੇਰਾ ਤਨ ਸੰਤ ਹੈ। ਸੰਤ ਤੁਝੀ ਤਨ, ਮੇਰੋ ਰੂਪ ਹੈ ਖਾਸ। हे परिपूर्ण परमात्मा अनंत जी, संत तेरा अपना रूप है। ते जिथे संत जना दी संगत है उथे तेरे प्राण वसदे पे। जिन्ने मर्जी टीकाकार पढ़ लियो, अर्थ सारियां यही कीते ने, संत तुझी तन संगत प्राण, उन्हां दी संगत भी तेरे प्राण ने। ते साहब कहने सतगुर ज्ञान जाने, गुरु दे दिते हुए ज्ञान नाल समझ पई, संत देवा देव, बंदगी करने वाला संत प्रकाश रूप परमात्मा दा रूप हो गया है।
ਇਹ ਸ਼ਬਦ ਦੀਆਂ ਅੰਤਲੀਆਂ ਤੁਕਾਂ ਪੜੋ। ਰਵਿਦਾਸ ਭਣੈ, ਭਣੈ ਦਾ ਅਰਥ ਹੈ ਬੋਲਣਾ। ਰਵਿਦਾਸ ਭਣੈ ਜੋ ਜਾਣੈ, ਜਿਹਨੂੰ ਇਹ ਸਮਝ ਪੈ ਗਈ ਸੋ ਜਾਣ, ਉਹਨੂੰ ਸਿਆਣਾ ਕਹੋ। ਸੰਤ ਅਨੰਤ ਹੈ ਅੰਤਰ ਨਾਹੀ, ਸੰਤ ਅਨੰਤ ਹੈ ਅੰਤਰ ਨਾਹੀ, ਖਾਲਸਾ ਮੇਰੋ ਰੂਪ ਹੈ। ਖਾਸ ਸੰਤ ਵਿੱਚ ਤੇ ਅਨੰਤ ਵਿੱਚ ਕੋਈ ਅੰਤਰ ਨਹੀਂ, ਭਗਤ ਵਿੱਚ ਤੇ ਭਗਵੰਤ ਵਿੱਚ ਅੰਤਰ ਨਹੀਂ, ਸੰਤ ਵਿੱਚ ਤੇ ਗੁਰਮੁਖੋ ਅਨੰਤ ਵਿੱਚ ਅੰਤਰ ਨਹੀਂ। ਇਸ ਤੋਂ ਅੱਗੇ ਥੋੜਾ ਜਿਹਾ ਚਲੀਏ, ਬਾਣੀ 'ਚ ਇੱਕ ਸ਼ਬਦ ਆਉਂਦਾ ਹੈ ਹਰ ਜਨ। ਜਨ ਤੇ ਹਰ ਜਨ ਦੋਨੋਂ ਸ਼ਬਦ ਹੁੰਦੇ ਨੇ। ਉਂਝ ਵੈਸੇ ਕਬੀਰ ਸਾਹਿਬ ਨੇ ਆਪਣੀ ਮੁਬਾਰਕ ਰਸਨਾ ਤੋਂ ਇਹਦੀ ਵਿਆਖਿਆ ਬਾ ਕਮਾਲ ਕੀਤੀ। ਉਹਨਾਂ ਨੇ 3 ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਪਰਮਾਤਮਾ ਖਰੀ ਹਰ ਜਨ ਦੀ ਕਦੀ ਵੀ ਅਰਦਾਸ ਨੂੰ ਮੋੜਦਾ ਨਹੀਂ, ਭਾਵੇਂ ਉਹ ਪ੍ਰਮਾਣ ਆਪ ਸਭ ਜਾਣਦੇ ਹੋ। ਕਹਿਣ ਲੱਗੇ ਮਨਾ, ਮੈਂ ਸਿਰਫ ਸੰਖੇਪ ਜੀ ਬੇਨਤੀ ਕਰ ਦੇਣਾ ਕਿ ਜ਼ਮੀਨ ਤੇ ਡਿੱਗਾ ਹੋਇਆ ਇੱਟ ਦਾ ਟੁਕੜਾ ਰੋੜਾ, ਹਰ ਲੰਘਣ ਵਾਲਾ ਬੰਦਾ ਉਹਨੂੰ ਠੋਕਰ ਮਾਰਦਾ। ਮਨਾ ਤੂੰ ਰੋੜੇ ਵਰਗੀ ਜ਼ਿੰਦਗੀ ਬਣਾ, ਹਰ ਇੱਕ ਦੀਆਂ ਠੋਕਰਾਂ ਸਹਿ ਲੈ, ਤੂੰ ਹਰ ਜਨ ਬਣ ਜਾਏਗਾ। ਪਰ ਕਹਿੰਦੇ ਨੇ ਨਹੀਂ, ਇਹਦੇ ਵਿੱਚ ਵੀ ਇੱਕ ਔਗਣ ਹੈ। ਜਿਨ੍ਹਾਂ ਨੇ ਪੈਰ 'ਚ ਜੋੜੇ ਪਾਏ ਨੇ, ਤਕੜਿਆਂ ਦੀਆਂ ਠੋਕਰਾਂ ਸਹਾਰਦਾ ਹੈ, ਤੇ ਨੰਗੇ ਪੈਰ ਕੋਈ ਲੰਘਦਾ ਹੋਵੇ ਤੇ ਉਹਦੇ ਪੈਰ ਨੂੰ ਠੋਕਰ ਮਾਰ ਕੇ ਉਹਨੂੰ ਜ਼ਖਮੀ ਕਰ ਦਿੰਦਾ ਹੈ। ਰੋੜੇ 'ਚ ਔਗਣ ਹੈ। ਨਹੀਂ, ਰੱਬ ਦਾ ਸੇਵਕ ਰੋੜੇ ਵਰਗਾ ਨਹੀਂ ਹੁੰਦਾ, ਕਿਉਂਕਿ ਰੋੜਾ ਤਕੜੇ ਦੀ ਸਹਾਰਦਾ ਹੈ, ਮਾਰੇ ਨੂੰ ਮਾਰਦਾ ਹੈ। ਰੱਬ ਦੇ ਸੇਵਕ ਦਾ ਸੁਭਾਅ ਐਸਾ ਨਹੀਂ। ਕਹਿਣ ਲੱਗੇ ਫਿਰ ਜੇ ਰੋੜੇ ਵਰਗਾ ਨਹੀਂ, ਮਿੱਟੀ ਵਰਗਾ ਬਣ ਜਾ, ਕਿਉਂਕਿ ਮਿੱਟੀ ਦਾ ਇੱਕ ਸੁਭਾਅ ਹੈ, ਅਮੀਰ ਜਾਏ ਗਰੀਬ ਜਾਏ ਹਰ ਇੱਕ ਦੇ ਪੈਰਾਂ ਵਿੱਚ ਰਹਿੰਦੀ ਏ। ਪਰ ਕਹਿਣ ਲੱਗੇ ਨਹੀਂ, ਮਿੱਟੀ ਵਿੱਚ ਵੀ ਇੱਕ ਔਗਣ ਹੈ ਕਿ ਜਦੋਂ ਇਹ ਹਵਾ ਨਾ ਚੱਲੇ ਤੇ ਵਕਤੀ ਤੌਰ ਤੇ ਸਭ ਦੇ ਪੈਰਾਂ ਥੱਲੇ ਵੇ, ਤੇ ਜਿੱਦਣ ਹਵਾ ਇਹਨੂੰ ਮਿਲ ਜਾਏ, ਚੇਤੇ ਰੱਖਿਓ ਹਵਾ ਨਾਲ ਮਿਲੀ ਕੋਈ ਉੱਡ ਕੇ ਲੋਕਾਂ ਦੇ ਸਿਰ ਵੀ ਦਾਗੀ ਕਰ ਦਿੰਦੀ। ਮਿੱਟੀ 'ਚ ਵੀ ਔਗਣ ਹੈ, ਇਹਦੇ 'ਚ ਔਗਣ ਹੈ। ਵਕਤ ਨਾ ਮਿਲੇ, ਉੱਠਣ ਦਾ ਵੇਲਾ ਨਾ ਮਿਲੇ, ਤੇ ਦਾਸ ਕਈ ਵਾਰੀ ਬੇਨਤੀ ਕਰਦਾ, ਜਿਸ ਬੰਦੇ ਕੋਲ ਅਜੇ ਉੱਠਣ ਦਾ ਵਕਤ ਨਹੀਂ, ਮਤ ਸਮਝੋ ਬੜੀ ਨਿਮਰਤਾ ਵਾਲਾ ਹੈ, ਉਦੋਂ ਬੰਦੇ ਨੂੰ ਦੇਖੋ ਜਦੋਂ ਉੱਠਣ ਤੋਂ ਬਾਅਦ ਵੀ ਨਿਮਰਤਾ ਵਿੱਚ ਰਹੇ। ਜਦੋਂ ਬੰਦੇ ਕੋਲ ਤਾਕਤ ਨਾ ਹੋਵੇ ਉਦੋਂ ਸਾਰੇ ਹੱਥ ਜੋੜਦੇ ਜੇ, ਤਾਕਤ ਵੇਲੇ ਹੱਥ ਚੁੱਕਣਾ ਸ਼ੁਰੂ ਕਰ ਦਿੰਦੇ ਨੇ। ਮਿੱਟੀ ਨੂੰ ਹਵਾ ਨਾ ਮਿਲੇ ਤੇ ਸਭ ਦੇ ਪੈਰਾਂ ਦੀ ਧੂੜ ਰਹਿੰਦੀ ਏ, ਹਵਾ ਮਿਲ ਜਾਏ ਤੇ ਲੋਕਾਂ ਦੇ ਤਨ ਵੀ ਦਾਗੀ ਕਰਦੀ ਏ। ਪਰ ਰੱਬ ਦਾ ਸੇਵਕ ਐਸਾ ਮੌਕਾ ਪ੍ਰਸਤ ਨਹੀਂ। ਕਹਿਣ ਲੱਗੇ ਮਨਾ ਫਿਰ ਪਾਣੀ ਵਰਗਾ ਬਣ, ਪਾਣੀ ਤਾਂ ਨਿਵਾਨ ਨੂੰ ਜਾਂਦਾ ਹੈ, ਪਾਣੀ ਤਾਂ ਰਹਿੰਦੇ ਨਿਮਰਤਾ 'ਚ ਹੈ, ਹਰ ਅੰਗ ਨਾਲ ਮਿਲ ਜਾਂਦਾ ਹੈ। ਕਹਿੰਦੇ ਨਹੀਂ, ਇਹਦੇ ਵਿੱਚ ਵੀ ਇੱਕ ਔਗਣ ਹੈ। ਇਹਨੂੰ ਗਰਮੀ ਦੀ ਸੰਗਤ ਮਿਲੇ ਤੇ ਉਬਾਲੇ ਖਾਂਦਾ ਹੈ, ਸਰਦੀ ਦੀ ਸੰਗਤ ਮਿਲੇ ਤੇ ਜੰਮ ਜਾਂਦਾ ਹੈ। ਪਰ ਪਰਮਾਤਮਾ ਦਾ ਸੇਵਕ ਐਸਾ ਨਹੀਂ। ਉੱਥੇ ਫਿਰ ਸਵਾਲ ਉੱਠਿਆ ਵੀ ਕੈਸਾ ਹੋਵੇ? ਉਹ ਕਹਿਣ ਲੱਗੇ ਫਿਰ ਖਾਸ ਰੱਬ ਦਾ ਰੂਪ ਹੀ ਹੋਵੇ ਸੇਵਕ। ਉਹ ਸ਼ਬਦ ਖਸੀ ਸ਼ਲੋਕ ਪੜ੍ਹਨੇ ਕਿ ਕਬੀਰ ਰੋੜਾ ਹੋਏ ਰਹੋ ਬਾਟਕਾ। ਅਖਰੀ ਅਰਥ ਮੈਂ ਨਹੀਂ ਕੀਤੇ, ਸਿਰਫ ਸੰਖੇਪ ਜਿਹਾ ਭਾਵ। कबीर रोड़ा होए रहो बाटका, तज मन का अभिमान, ऐसा कोई दास होए ताहि मिले भगवान। कबीर रोड़ा हुआ तो क्या भया, पंथी को दुख दे, ऐसा तेरा दास है ज्यों धरनी में खे। कबीर खे हुई तो क्या भया, जो उड लांघै अंग, हर जन ऐसा चाहिए ज्यों पानी सरबंग। सारिया अंगां च रल जांदा। अगे कहने कबीर पानी हुआ तो क्या भया, सीरा सीरा दर ते शीतल, सीरा ताता होए ठंडा ते तत्ता हुंदा है। हर जन ऐसा चाहिए जैसा हर ही खोए। महाराज हर जन हर वर्गा किवें होवेगा? मैं गुरु तेग बहादुर साहब दा एक श्लोक बेनती कर देना। सचमुच जिवें भगत भगवंत का रूप हो जाता है, संत अनंत का रूप हो जाता है, हर जन एक दिन बंदगी करदिया खरी का रूप हो जाता है। साहब दे बचन ने कि जो प्राणी निस दिन भजै, रूप राम ते जान, हर जन हर अंतर नहीं, नानक साची मान। ते गुरु गोबिंद सिंह जी ने फरमाया हर हर जन दुई एक है, बिब विचार कछ नाहे, जल ते उपदित तरंग त्यों जल की बिखै समाए। तीसरा वचन आ गया भगत और भगवंत, संत और अनंत, हर जन और खरी। चौथी बेनती मैं करांगा सेवक ते स्वामी, ਉਹਦੇ ਵਿੱਚ ਵੀ कोई अंतर नहीं। महाराज जी ने बाणी च बचन किया जी कि हर का सेवक सो हर जेहा, मेरो रूप है खास।
हर का सेवक प्रभु दा सेवक प्रभु वर्गा, हर का सेवक सो हर जेहा, भेद ना जानो मानस देखा, जो जल तरंग उठै बहु भांति फिर सल लै सल समाहिंदा। देखो ते सल लै सल समाहिंदा, जिवें पानी विचों उठी कोई तरंग लहर। हरि का सेवक हरि जैसा। उस तो अगली मैं बेनती करा गुरमुखो, जिस सिख विच गुरु वरदा है, गुरु सिख सिख गुरु, हजूर ने बाणी च बचन किया कि जिस सिख विच गुरु आप वरदा है, प्यारिओ उस सिख विचों गुरु दी झलक पैंदी है। धन गुरु गोबिंद सिंह जी ने साडे ते किरपा की। सिद्धांत वही है, विचारधारा वही है कि जिवें भगत भगवान का रूप हो जाता है, संत आनंद का रूप हो जाता है, सेवक स्वामी का रूप हो जाता है, हर जन खरी का रूप हो जाता है, सिख गुरु का रूप हो जाता है। ते गुरु गोबिंद सिंह ने किरपा की, सच एवे अमृत की दात दे के खालसे नूं गुरु गोबिंद सिंह ने अपना खास रूप बना दिता कि तू मेरा अपना रूप है। बेनती करांगा कि धन गुरु गोबिंद सिंह महाराज, उन्होंने साडे ते एक किरपालता की, वो बख्शिशे की कि रुलदिया होयां नूं अपने गले दे नाल धन गुरु गोबिंद सिंह महाराज जी ने ला दिता। जदों असीं इतिहास नूं पढ़ने, देखो कि खालसा ਉਹਦੇ ਵਿੱਚ सतगुरु आप वरतदे ने। बस एक दो बेनतियां करके मैं संपन्नता करांगा। धन गुरु गोबिंद सिंह महाराज मालवे की धरती ते जांदे ने, भाई डल्ले दे कोल पहुंचदे ने। आप सब नूं पता है कि डल्ले कोल अपनी जमीन भोए पांडा बहुत है, उत्थे सतगुरु बहुत बचन करते हैं। सिर्फ मैं बेनती करांगा, ये जिहड़ी मैं गल कोट कर लगा, ये प्रोफैसर पूरन सिंह उन्हां दी लिखी। डल्ला हजूर दे चरनां च बैठदा है ते महाराज जी दे महल भी इत्थे आउंदे ने। ते धन गुरु गोबिंद सिंह महाराज सच्चे पातशाह वो एक बचन कहंदे ने डलिया, क्योंकि उहदे कोल फौज है। वो गलबात करदियां कहंदा महाराज, ये सब नूं पता इतिहास नूं, जे चमकौर साहब मैनू चेते कीता हुंदा मैं उत्थे हुंदा, जे फलानी जंग च मैं हुंदा ते महाराज ये कुछ ना हुंदा। सतगुरु हस के कहंदे नहीं, जिन्हां शहादतां दे जाम पीते वो आनंद सिख ने, वो भगती वाले सूरमा खालसा सी, कोई डरपोक नहीं सन। पर जदों खैड़े पै गया, मेरी फौज मेरे जवान, हजूर ने क्या लिया बंदूक दा निशाना तेरे किसे जवान ते परखी। सब ने जवाब दे दिता, इस तरह नहीं मरांगे। मैदान विच जंग विच हजूर ने कहा कि देख वो दस्तार पांदे पे ने, दो सिंह सजांदे पे ने, धीर सिंह ते बीर सिंह, उन्होंने आवाज मार ते जाके शब्द कही कि गुरु गोबिंद सिंह ने तुहाडे सीने विच बंदूक दी गोली दा निशाना परखना है। प्यारिओ दस्तारां सजांदे, खत लड़ पकड़े दस्तार दे, आवाज कन्नां च पई, गुरु गोबिंद सिंह ने गोली दा निशाना परखना तुहाडे सीने ते। दोनों दस्तार हाथ च पकड़ी दौड़दे हुंदे ने, एक दूजे दे अगे होके। एक कहंदा महाराज आवाज मैं पहला सुनी, मेरी सीने च गोली मारो। दूजा कहंदा नहीं महाराज मैं पहला सुनी। एक दूजे नूं धक के पिछे हुंदे ने। गुरु गोबिंद सिंह कहंदे डलिया देख, आई खालसा मेरा, जिहड़ा चमकौर दे जंग विच लड़िया, इहो जिहा मेरा खालसा सी। मैं बेनती करा, इहो जिहा मेरा खालसा। इत्थे कुछ गल्लां होईयां जी, वो मैं आप जी नाल वेरवा देना चाहना, क्योंकि वो प्रोफैसर पूरन सिंह उन्हां बड़े रूहानीयत के तरीके नाल कहा। कहंदे इत्थे सतगुरु ने शब्द कह डलिया, देख मालवे की धरती नूं भाग लग गया। वो देख पानी दियां नहरां तुरियां आउंदियां ने। कहन लगा हस के, मालक जी अज धुप बड़ी है, चमकदी कोई रेत पानी लगदी पई है। पानी नहीं है, चमकदी रेत जे। सतगुरु कहंदे ने अंबां नूं फल पै गया, संगतरियां नूं फल पै गया। कहन लगा नहीं महाराज, ये अक नूं लगियां अबकड़ियां ने। हजूर ने कहा देख ओ कमाद, गन्ने दे खेत। कहंदा नहीं, ये सरकड़ा ते डिला है। सतगुरु कहंदे ने जा ओए डलिया, तू हर बचन ते तरक्की करदा रहा। जे 7 बचन कर दिंदा ते सब कुछ अज आ जांदा, पर वक्त आवेगा सब कुछ इस धरती नूं भाग लगेगा। अज असीं देखने गुरु दा बचन 3 काल 7। उत्थे मैं बेनती करांगा, डल्ले ने एक बेनती की, महाराज किरपा करो मैनू अपने चरनां विच पीढ़ी जिन्नी थां दे दिओ। चलो ये सारे कथाकार बख्तियान करते सुनाते,
ਹਜ਼ੂਰ ਨੇ ਕਿਹਾ ਪੀੜੀ ਜਿੰਨੀ ਥਾਂ? ਕਹਿੰਦਾ ਹਾਂ, ਸਿਰਫ ਬੈਠਣ ਜਿੰਨੀ ਥਾਂ ਦੇ ਦਿਓ। ਕਹਿਣ ਲੱਗੇ ਡੱਲਿਆ ਤੂੰ ਸੇਵਾ ਬਹੁਤ ਕੀਤੀ, ਤੂੰ ਧਨ ਨਾਲ ਸੇਵਾ ਕੀਤੀ, ਜ਼ਮੀਨ ਨਾਲ ਕੀਤੀ, ਅੰਨ ਨਾਲ ਕੀਤੀ। ਜਿਹਦੇ ਬਦਲੇ ਤੂੰ ਸੇਵਾ ਕੀਤੀ ਉਹਦੇ ਬਦਲੇ ਤੈਨੂੰ ਸਭ ਕੁਝ ਮਿਲ ਜਾਏਗਾ। ਅੰਨ ਦੇ ਬਦਲੇ ਅੰਨ ਮਿਲੇਗਾ, ਧਨ ਦੇ ਬਦਲੇ ਧਨ ਮਿਲੇਗਾ, ਪੈਸਾ ਤੂੰ ਸੇਵਾ ਕੀਤੀ ਪੈਸਾ ਮਿਲੇਗਾ। ਕਹਿਣ ਲੱਗਾ ਨਹੀਂ ਮਹਾਰਾਜ, ਪੀੜੀ ਜਿੰਨੀ ਥਾਂ। ਸਤਿਗੁਰੂ ਕਹਿੰਦੇ ਨੇ ਤੂੰ ਬਾਹਰ ਮੁਖੀ ਸੇਵਾ ਬੜੀ ਕੀਤੀ, ਤੂੰ ਆਪਣੇ ਅੰਦਰ ਤਾਂ ਗੁਰੂ ਨੂੰ ਥਾਂ ਨਹੀਂ ਦਿੱਤੀ, ਆਪਣੇ ਅੰਦਰ ਥਾਂ ਨਹੀਂ ਦਿੱਤੀ ਤੇ ਗੁਰੂ ਦੇ ਚਰਨਾਂ ਵਿੱਚੋਂ ਪੀੜੀ ਜਿੰਨੀ ਥਾਂ ਲੱਭਦਾ। ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ। ਹਜ਼ੂਰ ਕਹਿੰਦੇ ਨੇ ਅੰਮ੍ਰਿਤ ਦੀ ਦਾਤ ਲੈ, ਅੰਮ੍ਰਿਤ ਛਕਣ ਵਾਲਾ ਗੁਰੂ ਨੂੰ ਅੰਦਰ ਥਾਂ ਦਿੰਦਾ। ਸਤਿਗੁਰੂ ਫਿਰ ਪੀੜੀ ਜਿੰਨੀ ਥਾਂ ਮਿਲੇਗੀ? ਕਹਿਣ ਲੱਗੇ ਨਹੀਂ ਭਲਿਆ, ਅੰਮ੍ਰਿਤ ਛਕਣ ਤੋਂ ਬਾਅਦ ਪੀੜੀ ਜਿੰਨੀ ਥਾਂ ਦਿੱਤੀ ਤੇ ਕੀ, ਅੰਮ੍ਰਿਤ ਛਕਣ ਵਾਲੇ ਵਾਸਤੇ ਤਾਂ ਸਾਰਾ ਘਰ ਹੀ ਮੈਂ ਆਪਣਾ ਦੇ ਦੇਣਾ। सेव करी इनकी की भावत, और की सेव सुहात न जी को, दान दियो इन्हीं को भलो, और आन को दान न लागत नीको, आगे फल इन्हीं को दियो, जग में दस दियो और सब फीको, मोह ग्रह में तन ते मन ते सिर लो धन है, सब ही इन्हीं को, मेरा सिर मेरा परिवार सच वे सब कुछ खालसे लिए, तू थां तां दे। अमृत दी दात लई जी भाई डल्ले तो भाई डल सिंह बने ने, डल्ला सिंह बने ने। इत्थे मैं थोड़ी जी बेनती करनी, गल ध्यान नाल सुनियो। वो एक सवाल करते ने, कहंदे ने महाराज सानू किरपा करके दसो कि बाणी विच ते नाम विच की फर्क है। ये गल सुनने वाली है। मालक जी सानू दसो, नाम जपन की गल भी करदी है बाणी, ते बाणी पढ़न की भी गल करदी बाणी। ਇਹ ਵੀ ਕਹਿੰਦੀ ਹੈ ਕਿ ਬਾਣੀ ਪੜ੍ਹ ਤੇ ਨਾਮ ਚੱਲੇਗਾ, ਤੇ ਨਾਲ ਬਾਣੀ ਕਹਿ ਰਹੀ ਹੈ ਨਾਮ ਵਿੱਚ ਬਾਣੀ ਪ੍ਰਗਟ ਹੋਈ ਹੈ। ਅਸੀਂ ਪੜ੍ਹਨੇ ਆ ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਸੋ ਸਤਿਗੁਰ ਮਾਹਿ ਸਮਾਨਾ, ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਖਰਨਾਮਾ। ਮਹਾਰਾਜ ਇਹ ਸ਼ਬਦ ਕਿਉਂ? ਇੱਥੇ ਮੈਂ ਬੇਨਤੀ ਕਰਾਂਗਾ, ਸ਼ਬਦ ਦੇ ਅਭਿਆਸੀ ਗੁਰਸਿੱਖ ਇਸ ਵਿਚਾਰ ਨੂੰ ਬੜੀ ਤਵੱਜੋ ਨਾਲ ਸਮਝਣਗੇ। ਦੇਖੋ ਸਤਿਗੁਰੂ ਨੇ ਕਿਹਾ ਡੱਲਿਆ, ਨਾਮ ਬਾਣੀ ਤੇ ਨਾਮ ਇੱਕ ਸਰਕਲ ਹੈ। ਫਿਰ ਬੇਨਤੀ ਸੁਣਿਓ, ਨਾਮ ਬਾਣੀ ਫਿਰ ਨਾਮ ਇੱਕ ਸਰਕਲ ਹੈ। ਮਹਾਰਾਜ ਮੈਂ ਸਮਝਿਆ ਨਹੀਂ। ਕਹਿੰਦੇ ਨੇ ਜਦੋਂ ਨਾਮ ਜਪਣ ਬਈਏ, ਇੱਕ ਸ਼ਬਦ ਅਸੀਂ ਪੜ੍ਹਨੇ ਆ ਵਾਹਿਗੁਰੂ। कई बारी बंदा उकता जाता जे, जो शुरू चलता है वो लगता मैनू खुशकी जी आ रही है। महाराज कहते ने जदों नाम जपने खां, जे मन ना टिकदा होवे, बाहर मुखी हो के शब्द गुरबाणी दा पाठ करो, ते सतगुरु फिर कहते ने जदों बाणी पढ़दियां अंदर टिक जाए, सच वे नाम अपने आप ही चलन लग पैंदा। कई बारी की हुंदा है, मैनू बख्श दिया जे सतगुरु गुरु ग्रंथ साहिब, कई बारी कई गल्लां इहो जिहियां स्टेज ते आपां कर जाने आ, ये मालक सब नूं दात देवे। अंदर सिमरन वाहिगुरू वाहिगुरू शब्द चलदा होवे, आप सुखमनी साहब दा पाठ करो, रसना पाठ करेगी, कंन शब्द सुन गए, ते ध्यान नाल देखियो अंदर हिरदे विचों वाहिगुरू शब्द निकलदा होवेगा। दोनां दा सुमेल है। सतगुरु वचन करदे ने कि नाम बाणी फिर नाम। महाराज ये किवें? सतगुरु कहंदे ने नाम जप, नहीं टिकदा ते बाणी पढ़, बाणी दा शब्द फिर तेरे अंदर नूं कट्ठियां करेगा, सुरत नूं, फिर तेरे अंदर नाम चलेगा। ते जदों मैं पढ़िया ते मैनूं गुरु रामदास जी दा वचन चेते आ गया, कहन लगे सिखा पहला नाम फिर बाणी फिर नाम। आ देखो पाठ करो, गुर सतगुर का जो सिख अखाए, पहला काम नाम, गुर सतगुर का जो सिख अखाए, सो भलके उठ की करे जी, खर नाम ध्यावे, नाम सिमरे, नाम जपे। गुर सतगुर का जो सिख अखाए, सो भलके उठर नाम ध्यावे, उदम करे भरके प्रभाती, इशनान करे अमृत सरनावे। उपदेश गुरु, जो गुरु ने गुरमंत्र दिता है। हुण कई बारी सवाल उठता है, राम शब्द भी है, अल्लाह भी है, गोपाल भी है, मुरारी भी है, सारे तां नाम ने, पर गुरमुखो पाठ करो ते पाठ विच एक शब्द वार वार कई बारी आउंदा है कि गुरमत
नाम मेरा प्राण सिखाई। नाम तां सारे ने, पर जेड़ा गुरु ने तेनू अमृत वेले नाम अमृत छकान वेले दृढ़ कराया, गुरमत नाम दा अभ्यास कर। गुरमत नाम में शब्द वरत्या। सतगुरु कहते उपदेश गुरु हर हर जप जापै, सब किलविक पाप दोख लै जावै। फिर कहने लगे नाम तो बाद की करे, फिर चढ़े दिवस गुरबाणी गावै, ते बाणी तो बाद फिर नाम, बहिंदियां उठदियां खर नाम त्यावै। उत्थे फिर कोई सवाल करदा, कहंदा महाराज कि वाहिगुरु जी का खालसा ते वाहिगुरु जी की फतेह दे अर्थ की ने। हालांकि असी सारे बुलाने हैं फतेह, कि वाहिगुरु जी का खालसा ते वाहिगुरु जी की फतेह की। हुण तां कई सज्जन जदों फतेह बुलाओ पूरी फतेह बुलाते, फतेह गुरु फतेह। तो मैनूं याद है बाबा शाम सिंह जी आटा मंडी वाले होए, जिन्हां दरबार साहिब दुपहरे का कीर्तन 70 साल के करीब कीर्तन किया बिना नागा। बाबा शाम सिंह आटा मंडी वाले, उन्हां दा एक ग्रंथ भी मिलता है जी, गुरु प्रेम प्रकाश। दास ने उहदे दर्शन किए ने, उहदी छपाई नहीं, सिर्फ एडे कमाल की लिखाई उन्हां दे कलम दी। मोढे ते उन्हां दे सरंदा हुंदा सी, ते एक पासे झोली हुंदी सी जी कपड़े दी, जिवें भिखारी नहीं पांदे झोली, उस झोली च रंबी हुंदी सी खुरपा। सवेरे दुपहरे का कीर्तन करना, ते उदों बाद बाहर निकल के सरंदा मोढे ते होना, ते जिन्नियां कबूतरां दियां विठां डिग्गियां होणियां, रंबी नाल खुरच खुरच के उहनूं झोली च पाई जाना। बड़ी उन्हां दी सेवा अंतले सवास तक। वो महापुरखों नूं एक बारी कोई सज्जन मिलण आया जी, उन्हें शब्द क्या, बाबा जी वो अपना संगी मिलिया सी जी, गुरमुख प्यारा तुहानूं फतेह बुलांदा सी जी। बाबा जी चुप कीते। उन्हें फिर क्या, महाराज वो फतेह बुलांदा सी जी। जदों दूजी बार क्या, हस के कहन लगे बदाम आप खाई जाना ते छिलड़ मैनू दई जाना। वो चुप कर गया। फिर कहन लगा महाराज वो फतेह बुलांदे सन, कहने तेरा उत्तर ही देना पिया, गिरी आप खाना पिया ते छिलड़ मैनू। कहन लगे मैं महाराज समझिया नहीं। कहन लगे उन्हें इस तरह क्या सी फतेह बुलाई, उन्हें तेनू वाहिगुरु जी का खालसा कहा सी, जे वाहिगुरु शब्द ना नाल आया कली फतेह छिलड़ बन के रह जाएगी, वाहिगुरु नाल आवेगा ते गिरी वाला स्वाद आवेगा। देखो सीधा ठुला जा उन्हें बचन किया। मैं बेनती करांगा, वो पुछदा महाराज वाहिगुरु जी का खालसा वाहिगुरु जी की फतेह दे अर्थ की ने, ते धन गुरु गोबिंद सिंह बड़ा सोहना उत्तर देंदे। बस यही कह के मैं संपन्नता कर लगा, क्योंकि चौथी कथा है, तो मेरा ख्याल मैनू 4.5 घंटे तो 5 घंटे के करीब हो चुले है बोलदे, सुबह तो लैके शुरू होए। तो मैनू बख्श दिया जी, जिन्हों टाइम ना मिले। मंजी साहब मैं लाइव च बेनती की सी, ये नहीं कोई वड्डा गुरुद्वारा कोई छोटा, ये असां लोकां बनाए ने, जिथे गोलक वध निकल आई वड्डा हो गया, जिथे रागी भाई नूं पैसे वध हो गया वड्डा हो गया। नहीं प्यारिओ, असीं तां इक्को गल कहने, पंजां तख्तां सरबत गुरुद्वारियां दा ध्यान धर के, इत्थे कोई वड्डा नहीं ते कोई छोटा नहीं। जिथे गुरु ग्रंथ साहिब दा प्रकाश है, उत्थे 4 शरीर भी भावें आउंदे ने, वो भी गुरुद्वारा है। मेरी बेनती है, पर संगत दे प्यार करके सच एवे कई बारी आराम भी नहीं मिलता, लगातार बोलना पैंदा है। मैं समाप्ति कर लगा। महाराज जी नूं पुछदा, वाहिगुरु जी का खालसा जिहड़ा खास रूप है, इहदे अर्थ की ने? वाहिगुरु जी की फतेह दे अर्थ की ने? धन गुरु गोबिंद सिंह उत्तर दिंदे ने, कहंदे ने अर्थ तां बड़े सीधे ने कि वाहिगुरु जी का खालसा, वाहिगुरु जी का खालसा समझ गए ना जी, वाहिगुरु जी की फतेह, वाहिगुरु दा खालसा ते वाहिगुरु दी फतेह। सीधे जे अर्थ करन लई मैं कह रहा, शब्द नहीं बदल रहे। कहन लगा महाराज मैनू समझ नहीं पाए। कहन लगे डलिया समझ, तेरे कोल घोड़े ने? कहंदा हाँ महाराज, तू तबेले च जाए अस्तबल च जाए ते कहने ने डले दे घोड़े। कहंदे ने इस तरह वाहिगुरु जी का खालसा नहीं जिवें तेरे घोड़े ने। बरीकी नाल गल सुनिओ, तेरी इन्ने मरबे जमीन, ये नहीं कोई कहेगा कि डलिया कि तेरी मेरी इन्ने मरबे जमीन, डले दी जमीन, डले दे घोड़े, डले दे किले, डले दे नौकर, इस तरह वाहिगुरु जी का खालसा नहीं। कहने लगा महाराज होर की, इस तरह तो होया जिवें डले दी जमीन, डले दे घोड़े, डले दी जमीन सब कुछ। महाराज कहते नहीं डलिया, तू चला भी जाएगा जमीन फिर भी रहेगी,
तेरी जमीन है ना अज, तू चला भी जाएगा घोड़े फिर भी रहणगे, तू चला भी जाएगा ते तेरे किले भी फिर रहणगे, पर वाहिगुरू जी का खालसा ऐसा नहीं। वाहिगुरू जी का खालसा इस तरह है जिवें सूरज और सूरज दी किरण। थोड़ा जिहा बरीकी नाल मैं फिर बेनती करांगा कि समझियो मेरी बेनती। मेरी जमीन डल्ले दी जमीन, ते जमीन नूं मुथाजगी नहीं, डल्ला चला जाए जमीन फिर भी रहेगी, पर किरण नूं मुथाजगी कहे। किरण तां है जे सूरज कहे, कहन लगे खालसा तां है जे वाहिगुरू है, ते फतेह भी तां है जे खालसे विच वाहिगुरू है, क्योंकि उस तो बिना फतेह भी नहीं। जिवें सूरज ते सूरज दी किरण, जिवें आड़ दा पानी ते चश्मा, जिवें फल ते जड़। महाराज मैं समझिया नहीं, कहन लगे फल नाल जुड़ोगे ते जड़ दी समझ पाएगी, पानी दी आड़ नाल जुड़ोगे ते चश्मे दी समझ पाएगी, किरण नाल जुड़ोगे ते सूरज दी समझ पाएगी। जिहड़ा खालसे दी संगत करेगा उन्होंने अकाल पुरख दी समझ पाएगी, उन्होंने वाहिगुरू जी की समझ पाएगी। कहन लगे वाहिगुरू जी का खालसा है, ते जदों जित के आउंदा है ते फिर यह कहंदा खालसा भावें जित्तिया पर जित भी वाहिगुरू जी दी होई। ये सतगुरु ने किरपा की जी, अपना खास रूप बना के, आम नहीं जे बनाया। चेते रखो खास हाँ आपां खास, खास ते आम विच बड़ा फर्क है। धन गुरु गोबिंद सिंह महाराज, मैं शुरुआत की सी, हर चीज अपने मुकाम वाल जा रही है। धन गुरु गोबिंद सिंह जी ने सानू पूर्ण मुकाम ते खालसा पदवी ते बिठाया, उन्होंने अपना रूह बनाया। कल नू दोपहर दे दीवान च एक इच्छा है कि जिहड़ा पंथ है ना, इहदी सिरजना गुरु ग्रंथ साहिब दे प्रकाश विच हुई है। कल मैं सुबह बेनती करांगा, गुरु गोबिंद सिंह दा ते खालसे दी मुहब्बत किन्नी है, किन्ना प्यार करते हैं गुरु गोबिंद सिंह अपने खालसे नूं। इन्नियां को बेनतियां स्वीकार करियो। प्रबंधक वीरां दा तह दिलों धन्नवादी हाँ, आपने बड़े प्रेम भावना नाल सरवण किया। मेरे तो कोई लफज तलफज कोई शब्द बोलदियां बेअंत भुल्लां होईयां ने। कोई शब्द ऐसा कई वारी बुलारा बोल जाता है कि इंज लगता जिवें अशरदा वाला होवे, पर किरपा करके मैनू बख्श दिया दे साध संगत जी। वाहिगुरू जी का खालसा, वाहिगुरू जी की